ਇਹ ਖੁਦ ਆਪਣੇ ਆਪ ਦੱਸਣਗੇ ਜੀ। ਐਮਸੀ ਜੀ ਸਰ ਇਹ ਮੇਰੀ ਸਿਸਟਰ ਹੈ ਜੀ, ਇਹਨਾਂ ਦੇ ਨਾ ਸਰੀਰ ਤੇ ਬਹੁਤ ਜ਼ਿਆਦਾ ਰੈਸ਼ਿਸ਼ ਹੋ ਗਏ ਸੀ ਦੰਦਾਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਤੇ ਇਹ ਬਹੁਤ ਦਵਾਈਆਂ ਖਾਧੀਆਂ ਸੀ, ਖੁਦ ਮੇਰੇ ਵੀ ਸੀਗੇ ਤੇ ਨਹੀਂ ਫਰਕ ਪਿਆ, ਜਮਾਂ ਹੀ ਨਹੀਂ ਫਰਕ ਪਿਆ। ਉਸ ਤੋਂ ਬਾਅਦ ਫਿਰ ਅਸੀਂ ਆਈਐਮਸੀ ਦਾ ਪ੍ਰੋਡਕਟ, ਇਹਨਾਂ ਦਾ ਸਾਬਣ ਆਯੁਰਵੈਦਿਕ 'ਚ ਜਿਹੜਾ, ਫਿਰ ਐਲੋਵੇਰਾ ਜੂਸ ਜੀ, ਤੁਲਸੀ ਹੁਣ ਵੀ ਘਰੇ ਯੂਜ਼ ਕਰ ਰਹੇ ਹਾਂ, ਤਾਂ ਮੇਰੀ ਸਿਸਟਰ ਨੇ ਵੀ ਕੀਤੇ। ਤਾਂ ਇਹਨਾਂ ਨੂੰ ਤਕਰੀਬਨ ਦੂਜੇ ਮਹੀਨੇ ਬਹੁਤ ਜ਼ਿਆਦਾ ਫਰਕ ਪੈ ਗਿਆ ਸੀ, ਤੀਜੇ ਮਹੀਨੇ ਚਲੋ ਬਿਮਾਰੀ ਖਤਮ ਹੋ ਜਾਂਦੀ ਹੈ ਜੀ ਇਹਨਾਂ ਦੇ ਪ੍ਰੋਡਕਟ ਲੈਣ ਨਾਲ। ਆਈਐਮਸੀ ਦੇ ਬਹੁਤ ਵਧੀਆ ਰਿਜ਼ਲਟ ਹੈ ਜੀ। ਮੇਰੇ ਆਪਦੇ ਖੁਦ ਇੱਥੇ ਸੀਗੇ ਸੰਨਾ ਦੇ ਵਿੱਚ ਜੀ, ਬਹੁਤ ਖੁਜਲੀ ਹੁੰਦੀ ਸੀ, ਫਿਰ ਜੈਂਟਸ ਜੀ ਖੜੇ ਆ ਬੈਠੇ ਆ ਤਾਂ ਬੜੀ ਦਿੱਕਤ ਆਉਂਦੀ ਸੀਗੀ। ਪਰ ਇਹਨਾਂ ਦਾ ਸਾਬਣ ਮੈਂ ਅੱਜ ਵੀ, ਉਹ ਕਹਿੰਦੇ ਅਮਿਤ ਜੀ ਕਹਿ ਰਹੇ ਸੀਗੇ ਵੀ ਪੇਸਟ ਦੇ ਸਾਬਣ ਮੈਂ ਡੇਲੀ ਇਹਨਾਂ ਦੇ ਸਾਬਣ ਨਾਲ ਨਹਾਉਂਦਾ ਜੀ, ਡੇਲੀ ਇਹਨਾਂ ਦੀ ਪੇਸਟ ਕਰ। ਸੋ ਗੁੱਡ ਆਈਐਮਸੀ। मतलब कि इतने आईडी लाएगी वीडियो फोटो ते निशू जी दे जो ममा ब्यूटीक का काम करते हैं, उन्होंने इन्हों की सिस्टर नाल हेल्पर है, तो उत्थे इन्हों की फिर उत्थे जो उन्हें रिजल्ट किया, फिर उस तो बाद ये खुद IMC बिजनेस करना इन्होंने शुरू किया। सो इस तरह बहुत सारे रिजल्ट्स जेडे कि एलोपैथी दे विच कितने साल हो गए सी उन्होंने बीमारी नूं? ये हो गए सी साल हो गए सी जी, साल हो गया जी। बिल्कुल ਅਸੀਂ ਦਵਾਈਆਂ ਲੈ ਜਾਂਦੇ ਸੀ, ਦਵਾਈਆਂ ਲੈ ਜਾਂਦੇ ਸੀ ਦੂਜੀਆਂ ਜੀ, ਜਿਵੇਂ ਆ ਮੈਡੀਕਲ ਦੀਆਂ ਕੋ ਕੈਪਸੂਲ ਆਉਂਦੇ, ਉਹ ਮਹਿੰਗਾ ਪਤਾ 200 ਰੁਪਏ ਦਾ 4 ਕੈਪਸੂਲ ਹੁੰਦੇ ਸੀ ਉਹਦੇ ਚ, ਤੇ ਫਿਰ ਬਹੁਤ ਨੀਡੀ ਸੀ ਵੀ ਮਤਲਬ ਕਿ ਉਹਨੇ ਖਰਚਾ ਵੀ ਨਹੀਂ ਕਰ ਪਾਉਂਦੇ ਸੀ, ਜੋ 2 ਮਹੀਨਿਆਂ ਦੇ ਵਿੱਚ ਹੀ ਠੀਕ ਹੋ ਗਈ। ਸੋ IMC ਵਾਸਤੇ ਕੋਈ ਜੋ ਦਾ ਤਾੜੀ ਚਾਹੀਦੀ। हेलो गुडाम जी, गुड IMC। सारे कह सकते हैं आप गुडाम जी। IMC गुड क्यों है? क्योंकि अपने जीवन ਨੂੰ ਕੀ ਕਰਦੀ ਆ ਉਹ ਨਿਰੋਗ। ਤੁਹਾਨੂੰ ਸਮਝ ਆ ਗਿਆ? ਹੁਣ ਬਸ ਸਿਰਫ ਮੈਂ ਇਹਨਾਂ ਪੁੱਛਣਾ ਚਾਹੂੰਗਾ ਕਿ ਤੁਸੀਂ ਇਹ ਸਾਰੇ ਪ੍ਰੋਡਕਟ ਯੂਜ਼ ਕਰਨਾ ਚਾਹੋਗੇ? ਕੌਣ ਨਹੀਂ ਚਾਹੁੰਦਾ ਵੀ ਉਹਦੀ ਜ਼ਿੰਦਗੀ ਦੇ ਵਿੱਚੋਂ ਬਿਮਾਰੀਆਂ ਨਿਕਲ ਜਾਣ? ਇਹੀ ਹੈ ਰੈਡੀ। ਹੁਣ ਆਪਾਂ ਇਸ ਤੋਂ ਬਾਅਦ ਇਸ ਦਾ ਦੂਸਰਾ ਸਲੋਗਨ ਤਾਂ ਪੂਰਾ ਆਪੇ ਹੀ ਕੀ ਹੈ? ਆਯੁਰਵੇਦ ਬਣਾਏ निरोग जीवन पाए, और दूसरा की है आयुर्वेद बताएं खुशहाल जीवन पाए। अच्छा खुशहाल, खुशहाल लफ्ज का कोई मैनू दस सकता है खुशहाल लफ्ज की होता है? दसो खुशहाल लफ्ज की होता है? खुशहाल का मतलब की है कि थोड़ा जिहा मैनू कोई एक दा बंदा खुशहाल दा मतलब खुशियां भरिया। हां खुशियां भरिया। खुशियां किवें आणगीਆਂ? आप खुशी होगी सारे कर दो तुसी। और किवें खुशी होनी चाहिए? खुशी का मतलब ये है कि घर दे विच कोई प्रॉब्लम ना होवे, है ना, सारे वधिया फिट एंड एक्टिव रहन, ते उस चीज नु भी आप एक खुशी कह सकते हैं। बिल्कुल सही है। घरे कोई ओकेजन है, ठीक है, आप उस चीज नु भी खुशी कह सकते हैं, ठीक है। मेन थिंग यही है कि घर च कोई बीमार ना होवे, किसी चीज की टेंशन ना होवे, एवरी सिंगल किसी भी चीज की टेंशन ना होवे, उन्हें आप खुशी कह सकते हैं। ठीक है, वो हो गए डिजीज फ्री। अच्छा सिर्फ इतना खुशी खुशहाल हो जाने? और की खुशहाल का मतलब दसो यार, मैनू नहीं लगता ਤੁਹਾਨੂੰ ਹੋਰ ਕੁਝ ਚਾਹੀਦੀ ਹੈ। ਅੱਜ ਕੱਲ੍ਹ ਪਿੱਛੇ ਆਏ ਆਪਾਂ ਇੱਥੇ, ਤੁਸੀਂ ਵੀ ਨਹੀਂ ਆਏ, ਤੁਸੀਂ ਇੱਥੇ ਅੱਜ सेकंड थिंग इज अर्निंग वधिया होनी चाहिए। आओ ना मुद्दे दे। मेन अर्निंग है, ठीक है, कोई फैमिली च कोई प्रॉब्लम ना होवे, ठीक है, सारी फैमिली इकट्ठी बैठे गल्लां बातां मारे, है ना, रोटी खावे वधिया अपनी डिजीज फ्री लाइफ सब ਨੂੰ ਚਾਹੀਦੀ ਹੈ, लेकिन खुशहाली ਦਾ ਮਤਲਬ ਸਿਰਫ ਇੰਨਾ ਹੀ ਨਹੀਂ ਹੈ। ਗਰੀਬ ਬੰਦਾ ਵੀ ਆਪਣੇ ਘਰੇ ਹੱਸਦਾ ਹੈ। इनकम ਸਰ ਇਨਕਮ इनकम ਲੈ ਆਓ, ਮੁੱਦੇ ਤੇ ਆਓ। मनीराम चाहिए सब। आयुर्वेद बताएं और खुशहाल जीवन पाए। बाबा रामदेव ने आयुर्वेद ਨੂੰ ਲਿਆਇਆ, ਕਿਉਂ ਸਾਰੇ ਉਸ ਨੂੰ ਬਾਬਾ ਰਾਮदेव ਬਾਬਾ ਰਾਮदेव ਬਾਬਾ ਰਾਮदेव ਕਹਿ ਰਹੇ? ਤੁਹਾਨੂੰ ਪੈਸੇ ਹੋਣ ਆ ਕੇ ਹੈਲੋ ਨਹੀਂ, ਅਮੀਰ ਕੌਣ ਹੋ ਰਿਹਾ ਹੈ? बाबा रामदेव। ਪ੍ਰੋਡਕਟ ਕਿੰਦਾ ਵਿਕ ਰਿਹਾ ਹੈ? बाबे रामदेव ਦਾ। ਅਮੀਰ ਕੌਣ ਹੋ ਰਿਹਾ ਹੈ? ਬਸ ਹੁਣ ਇੱਥੇ ਉਹ ਜੇ ਕਨਸੈਪਟ ਤੁਸੀਂ IMC ਤੋਂ ਲੈ ਕੇ ਆਓਗੇ ਤੇ ਅਮੀਰ ਕੌਣ ਹੋਊਗਾ? ਤੁਸੀਂ ਖੁਦ। ਉਹ ਕਿਵੇਂ ਹੋਣਗੇ? ਮੈਂ ਉਸ ਤੇ ਆਣਾ ਜਾਨਣਾ ਚਾਹੁੰਦੇ ਹੋ? ਹੈਲੋ यस ਯਾਰ ਥੋੜਾ ਜਿਹਾ ਮੈਨੂੰ ਦਿਓ ਯਾਰ। यस ਠੀਕ ਹੈ, ਆਓ। ਹੁਣ ਆ ਹੈ ਮਾਰਕੀਟ ਦੇ ਪ੍ਰੋਡਕਟ ਜਿਹਨੂੰ ਖਾਂਦੇ ਨੂੰ ਤੁਹਾਨੂੰ ਸਾਰੀ ਉਮਰ ਹੋ ਗਈ, ਰਾਈਟ? ਆ ਹੈ IMC ਦੇ ਪ੍ਰੋਡਕਟ। ਉਹ ਥੋੜੀ ਫੋਟੋ ਲਾਈ ਹੈ, ਵੇਖੀ ਨਾ। ਇਹਨਾਂ ਦੋਵਾਂ 'ਚ ਫਰਕ ਕੀ ਹੈ? ਤੁਸੀਂ ਘਰੇ ਚਾਹ ਪੀਂਦੇ ਹੋ, पेस्ट करते हो, कपड़े धोने हो, भांडे धोने हो, सर्फ यूज करते हो, हर चीज शैम्पू तेल हर चीज तुम यूज करते हो, जो सारी चीज ही आयुर्वेदा विच मिल जे, थोड़ी करो बीमारी वैसे ही खत्म हो जाए। पर इस तो इलावा इस दुकान चेंज करने का ਤੁਹਾਨੂੰ ਹੋਰ बेनिफिट की होगा? थोड़ा इसको रिपीट करते हो। मार्केट के प्रोडक्ट केमिकल युक्त है, राइट? हर प्रोडक्ट विच केमिकल पाया है।
वो MRP ਤੇ ਮਿਲਦੇ ਤੁਹਾਨੂੰ ਬਿਲਕੁਲ ਸਹੀ ਮੈਂ ਗਲਤ ਨਹੀਂ ਕਹਿ ਰਿਹਾ ਕੋਈ ਕੈਸ਼ਬੈਕ ਹੁੰਦਾ ਉਹਦੇ ਚੋਂ ਨਹੀਂ ਹੈਲੋ ਨਹੀਂ ਕੀ ਉਹਦੇ ਚੋਂ ਤੁਹਾਨੂੰ ਗਿਫਟ ਆਉਂਦਾ ਕੋਈ ਤੁਹਾਨੂੰ ਦੀਵਾਲੀ ਤੇ ਲਕਸ ਸਾਬਨ ਨੇ ਕੋਈ ਏਡਾ ਵੱਡਾ ਗਿਫਟ ਪਾਊਚ ਭੇਜਿਆ ਹੋਵੇ ਕੋਈ ਪਾਊਡਰ ਨੇ ਭੇਜਿਆ ਹੋਵੇ ਕੋਈ ਐਕਸਲ ਨੇ ਕੁਝ ਭੇਜਿਆ ਹੋਵੇ ਤੁਹਾਨੂੰ ਉਹ ਵੀ ਹੈ ਆਂਦਾ ਕੁਝ नहीं आता अच्छा ऐसे एक दिन मैं स्लोगन भी बनाया इनकम जाएगी और बीमारी आएगी। गलत किया कुछ नहीं जी, इनकम जाएगी और बीमारी आएगी। और दूसरे पासे आ जाओ IMC प्रोडक्ट 100% आयुर्वेदिक ऑर्गेनिक WHO तो सर्टिफाइड सही MRP ਤੇ ਮਿਲਣਗੇ ਤੁਹਾਨੂੰ नो MRP फिर ਤੁਹਾਨੂੰ ਕੀ ਆਊਗਾ ਨਾਲ कैशबैक फिर क्या होगा ਨਾਲ Yes. इनकम आएगी और बीमारी जाएगी। कुछ गलत है नहीं जी, ताली मारो सिंपल इनकम जाएगी और बीमारी इनकम आएगी और बीमारी बिल्कुल उल्टा है ये तुसी हजे भी नहीं घर दा समान बदलोगे तो फिर परमात्मा तुहानू की कहूगा भी ओदे पठिया तेनू एक सैमीनार ते भेजिया सी तो उत्थे तैनू बड़ा डिटेल च समझाया गया जे तू नहीं समझिया तो हुण तू चलो आज अपने को इत्थे ना तीन तरह के बंदे बैठे हैं हुण थोड़ा जिहा समझ के चलेगा जे जेड़ा हुण अद्धे पौने घंटे दा सेशन है मैं समझदा भी तुहाडी जिंदगी नू चेंज करने वाला सेशन है समझना पैना अपने को तीन तरह के बंदे बैठे हैं इत्थे यूजर बहुत सारे लोग की कहेंगे सर मैं यूज कर सकदा हेलो मैं सिर्फ यूज कर सकदा मैं किसी नू दस नहीं सकदा दूसरे बंदे होंगे रिटेलर वो कहेंगे सर मैं सेल करदा मेरी दुकान है मैं जाकर कि मैं सेल कर सकदा ठीक है तीसरे बंदे होंगे नेटवर्कर तिन्ने तरह के लोग आपां नू चाहिए पहला यूजर तिन्ना नू फायदा की होगा मैं इत्थे थोड़ा डिटेल चलूंगा यूजर बंदा जो IMC ਦੇ प्रोडक्ट यूज करूगा सब तो पहला उनकी करो बीमारी जाऊगी राइट पहला उनकी करो जी जाऊगी बीमारी तो फिर उनकी सेविंग बचूगी क्योंकि जो तुम की चीज हो तो तुमको सेविंग होती है थोड़ी सेविंग होती है थोड़ी इनकम नहीं होती वैक्स साबन तुमको कोई मिल जाए 10 रुपया 8 रुपये च मिल गया तो 2 रुपये इनकम होगी के थोड़ी की होगी हो सेविंग होगी यूजर बंदे ਨੂੰ ਇੱਕ ਤਾਂ ਉਹਦੇ ਘਰੋਂ ਬਿਮਾਰੀ ਜਾਊਗੀ ਪਲੱਸ ਉਹਦੀ ਕੀ ਹੋ ਜੂਗੀ सेविंग होना भी एक अमीर होने का पहला स्टेप है राइट दूसरा रिटेलर बंदा की करता है यूज करूंगा तो बीमारी तो जाऊगी लेकिन जेड़ा ਉਹਦਾ ਬੈਨੀਫਿਟ ਆ ਉਹਦੇ ਨਾਲ ਉਹਦੀ ਰੋਟੀ ਦਾ ਜੁਗਾੜ ਬਣੂਗਾ ਜਿਹੜਾ ਲਾਈਫ ਟਾਈਮ ਕਰਦਾ ਆ ਰਿਹਾ ਰਾਈਟ ਜੀ ਉਹਦਾ ਕੀ ਬਣੂਗਾ ਰੋਟੀ ਦਾ ਜੁਗਾੜ ਤੀਜਾ ਬੰਦਾ ਹੈ नेटवर्कर मैं सिर्फ रोटी वास्ते नहीं कर रहा मैं अपनी लाइफ वास्ते काम कर रहा दोस्तों ठीक है तो हम नेटवर्कर की लाइफ किवें बनोगी रिटेलर की इनकम किवें बनोगी तो यूजर की सेविंग किवें होगी अपन कितना दे गल करांगे तैयार हो हेलो क्योंकि जे किस तरह के लोग होंगे मैंने किसी का नहीं पता कोई कहूगा मैं यूज करना है कोई कहना मैं रिटेल कर सकता कोई कहना मैं नेटवर्क कर सकता है तीनों को क्या फायदा आओ थोड़ा जाके चलते हैं सब तो पहला तो IMC एक डिस्काउंट कार्ड बनाओगे IMC की बनाओगे एक डिस्काउंट कार्ड ਤੁਹਾਨੂੰ सिर्फ कंपनी दे 1000 रुपए ਦੇ प्रोडक्ट परचेज करने पैणगे डिस्काउंट कार्ड बनाने वास्ते जिंदी MRP कितनी होगी 1300 रुपया ਤੁਹਾਨੂੰ ਉਹ ਅਸੀਂ MRP ਤੇ ਨਹੀਂ ਦੇਣੀ मैं पहला की क्या नो MRP ਅਸੀਂ MRP ਤੇ नहीं देनी लेकिन ਤੁਹਾਨੂੰ 1000 रुपए ਦਾ प्रोडक्ट पहला लेना पड़ेगा डिस्काउंट कार्ड बनूगा तो 1300 रुपया ਦਾ MRP होगा फर्स्ट इनकम 20 to 30% लेस ऑन MRP ऑल ओवर इंडिया ਤੁਹਾਨੂੰ सिर्फ IMC ਦੇ ਸਟੋਰ ਤੇ ਜਾਣਾ ਪਊਗਾ ਜੇ ਤੁਸੀਂ ਕਹੋਗੇ ਵੀ ਬਾਜ਼ਾਰ ਜਾ ਕੇ ਕਿਸੇ ਹੋਰ ਦੁਕਾਨ ਦੇ ਉੱਤੇ ਜਾਓਗੇ ਤਾਂ ਤੁਸੀਂ ਕਹੋਗੇ ਵੀ ਇਹ ਪ੍ਰੋਡਕਟ ਤੁਹਾਨੂੰ ਡਿਸਕਾਊਂਟ ਰੇਟ ਤੇ ਮਿਲ ਜੂਗਾ ਨਹੀਂ ਕਿਉਂਕਿ ਸਾਰੇ ਬੰਦੇ ਰਿਟੇਲ ਕਰਨ ਵਾਸਤੇ ਬੈਠੇ ਹੈ ਜੋ ਰਿਟੇਲ ਕਰਨਗੇ ਤੁਹਾਨੂੰ IMC ਦੇ ਸਟੋਰ ਤੇ ਜਾਣਾ ਪਊਗਾ ਤੁਸੀਂ ਸਰਚ ਕਰਨੀ ਹੈ ਤੁਹਾਡੇ ਸ਼ਹਿਰ ਦੇ ਤੁਹਾਡੇ ਤਹਿਸੀਲ ਦੇ ਵਿੱਚ ਤੁਹਾਡੇ ਡਿਸਟ੍ਰਿਕਟ ਦੇ ਵਿੱਚ IMC ਦਾ ਸਟੋਰ ਕਿੱਥੇ ਹੈ ਨੈਟ ਦੇ ਉੱਪਰ IMC ਪੇਜ ਤੇ ਜਾਓ ਤੁਹਾਨੂੰ ਸਟੋਰ ਮਿਲ ਜੂਗਾ ਤੇ ਆਪਣੇ ਕੋਟਕਪੂਰੇ ਵਿੱਚ ਬਹੁਤ ਸਾਰੇ ਸਟੋਰ ਹੈ कमल जी अपना मेन स्टोर है निशु कटारिया जी मेहता चौक च इन्हां दा स्टोर है आ पिछे अरुण जी बैठे हैं इन्हां दा स्टोर है बहुत सारे स्टोर है ते इन्हां दा स्टोर किथे है कोटकपुरे हाँ जी रोड धर्मशाला सामने जत चुकी है अपने बहुत सारे स्टोर है ਤੁਸੀਂ ਉੱਥੇ ਜਾ ਕੇ ਉਹਨਾਂ ਨੂੰ IMC स्टोर आईडी दे के ਉਹਨਾਂ ਨੂੰ दिखाएं फर्स्ट दोनों 20 to 30% लेस में होगी यस हेलो यस सेकंड दोनों हर प्रोडक्ट ना की मिलेंगे BV बिजनेस वॉल्यूम तो ਤੁਹਾਨੂੰ ਬਿਜ਼ਨਸ ਵੋਲਿਊਮ ਦਾ 10 ਤੋਂ 30% ਤੱਕ ਕੈਸ਼ਬੈਕ ਔਨ BVB ਆਊਗਾ
ਜਿਵੇਂ ਜਿਵੇਂ ਤੁਸੀਂ ਪ੍ਰੋਡਕਟ ਯੂਜ਼ ਕਰੋਗੇ ਤੁਹਾਨੂੰ ਬਿਜ਼ਨਸ ਵੋਲਿਊਮ ਮਿਲਣਗੇ ਤੇ ਬਿਜ਼ਨਸ ਵੋਲਿਊਮ ਦਾ 10 ਤੋਂ 30% ਤੱਕ ਤੁਹਾਨੂੰ ਕੈਸ਼ਬੈਕ ਆਊਗਾ ਜਿਵੇਂ ਜਿਵੇਂ ਪ੍ਰੋਡਕਟ ਤੁਸੀਂ ਯੂਜ਼ ਕਰੋਗੇ। ਥਰਡ, ਤੁਹਾਨੂੰ ਕੰਟੀਨਿਊ ਪ੍ਰੋਡਕਟ ਯੂਜ਼ ਕਰਨ ਤੇ ਤੁਹਾਨੂੰ ਕੀ ਆਊਗਾ ਨਾਲ ਗਿਫਟ। ਕਿਵੇਂ? ਛੋਟੀ ਜਿਹੀ ਉਦਾਹਰਨ ਦੇ ਸਮੇਂ ਦੇ ਜਿਵੇਂ ਸਪੋਜ਼ ਕਰੋ ਤੁਸੀਂ ਡਿਸਕਾਊਂਟ ਕਾਰਡ ਬਣਾ ਲਿਆ, ਹਰੇਕ ਘਰੇ ਮੈਨੂੰ ਅਗਰ 3-4 ਹਜ਼ਾਰ ਰੁਪਏ ਦਾ ਸਮਾਨ ਤਾਂ ਮਿਨੀਮਮ ਆਂਦਾ ਹੀ ਹੋਊਗਾ। ਸਰਫ, ਚਾਹ ਪੱਤੀ, ਤੇਲ, ਸ਼ੈਂਪੂ ਇਹ ਉਹ ਆਂਦਾ ਹੈ। ਤੁਸੀਂ ਸਪੋਜ਼ ਕਰੋ ਆਈਐਮਸੀ ਦਾ ਪ੍ਰੋਡਕਟ 3900 ਰੁਪਏ ਐਮਆਰਪੀ ਦਾ ਆਈਐਮਸੀ ਸਟੋਰ ਤੋਂ ਜਾ ਕੇ ਖਰੀਦਿਆ ਪਰ ਤੁਹਾਨੂੰ ਕਿੰਨੇ ਦਾ ਮਿਲੂਗਾ? 3000 ਰੁਪਏ ਦਾ। ਜੇ ਤੁਸੀਂ ਰਿਟੇਲਰ ਹੋ ਤਾਂ ਤੁਹਾਡਾ ਕੀ ਹੋ ਗਿਆ? ਪ੍ਰੋਫਿਟ। ਜੇ ਤੁਸੀਂ ਯੂਜ਼ਰ ਹੋ ਤਾਂ ਤੁਹਾਡੀ ਕੀ ਹੋਗੀ? ਇਹ ਸੇਵਿੰਗ। 3900 ਰੁਪਏ ਦਾ ਸਮਾਨ ਤੁਹਾਨੂੰ 3000 ਦਾ ਮਿਲੇਗਾ, 9000 ਰੁਪਏ ਪ੍ਰੋਫਿਟ ਹੋਗਾ, ਪਲੱਸ ਤੁਹਾਨੂੰ ਕੰਪਨੀ 100 ਰੁਪਏ ਕੈਸ਼ਬੈਕ ਵੀ ਦੇਊਗੀ। ਇਹ ਸਟਾਰਟਿੰਗ ਹੈ, ਜਿਵੇਂ ਜਿਵੇਂ ਤੁਸੀਂ ਕੰਮ ਕਰੋਗੇ ਥੋੜਾ ਕੈਸ਼ਬੈਕ ਵਧਦਾ ਜਾਊਗਾ। ਕੈਸ਼ਬੈਕ ਵੀ ਤੁਹਾਨੂੰ 100 ਰੁਪਏ ਆਊਗਾ। ਦੂਜੇ ਮਹੀਨੇ ਵੀ 3900 ਸਮਾਨ ਵਿੱਚ 3000 ਦਾ ਮਿਲੇਗਾ, 900 ਰੁਪਏ ਪ੍ਰੋਫਿਟ, 100 ਰੁਪਏ ਕੈਸ਼ਬੈਕ। ਤੀਜੇ ਮਹੀਨੇ ਵੀ 3900 ਸਮਾਨ ਵਿੱਚ 100 ਰੁਪਏ ਪ੍ਰੋਫਿਟ, 900 ਰੁਪਏ ਸੇਵਿੰਗ ਤੇ 100 ਰੁਪਏ ਕੈਸ਼ਬੈਕ ਰਿਟੇਲਰ। ਤੇ ਚੌਥੇ ਮਹੀਨੇ ਤੁਹਾਨੂੰ ਸਟਾਰਟਿੰਗ ਤੇ ਹੀ ਕੰਪਨੀ 1300 ਰੁਪਏ ਐਮਆਰਪੀ ਦਾ ਪ੍ਰੋਡਕਟ ਗਿਫਟ ਵੀ ਕੀ ਕਰੂਗੀ? ਦੇਊਗੀ। ਜਦੋਂ ਤੁਸੀਂ ਇਹ ਤਿੰਨੇ ਚੀਜ਼ਾਂ, ਹੁਣ ਜੇ ਤੁਸੀਂ ਇੱਥੇ ਕੈਲਕੂਲੇਸ਼ਨ ਲਗਾਈਏ, ਜੇ ਤੁਸੀਂ ਯੂਜ਼ਰ ਹੋ ਚਾਹੇ ਤੁਸੀਂ ਰਿਟੇਲਰ ਹੋ, ਤੁਹਾਡੀ ਸੇਵਿੰਗ ਕਿੰਨੇ % ਹੋਗੀ? ਧਿਆਨ ਨਾਲ ਸੁਣਿਆ। ਜੇ ਇਹਨਾਂ ਤਿੰਨਾਂ ਦੀ ਮੈਂ ਕੈਲਕੂਲੇਸ਼ਨ ਕਰਾਂ ਲਗਭਗ ਇਹ 11700 ਕਰੂਗਾ, ਰਾਈਟ। ਜੇ ਉਹ ਦੁਕਾਨ ਦੀ ਡੀਪੀ ਆ ਗਈ, ਡੀਪੀ ਨੂੰ ਛੱਡੋ ਤੁਸੀਂ, ਆਪਾਂ 11700 ਰੁਪਏ ਦਾ ਪ੍ਰੋਡਕਟ ਸੇਲ ਕੀਤਾ, ਉਹਦੇ ਚ ਆਪਾਂ ਨੂੰ ਸੇਵਿੰਗ ਕਿੰਨੀ ਹੋਗੀ? 2700 ਰੁਪਏ ਬਚ ਗਿਆ। ਹੈਲੋ, 300 रुपया आ गया, 3000 हो गया, तो 1300 4300 रुपया, लगभग 45% एवरेज ऑन एमआरपी ਤੁਹਾਨੂੰ एमआरपी ਤੋਂ 45% डिस्काउंट हो गया। ਹੁਣ ਤੁਸੀਂ ਇੱਥੋਂ ਮੈਂ ਛੋਟੀ ਜੀ ਕੈਲਕੂਲੇਸ਼ਨ ਦਊਂਗਾ, ਕਿਸੇ ਵੀ ਚੀਜ਼ ਤੇ ਲਾਓ, ਕਿਸੇ ਵੀ ਚੀਜ਼ ਤੇ ਸਟਾਰਟਿੰਗ, ਇਹ ਸਿਰਫ ਸਟਾਰਟਿੰਗ ਦੀ ਗੱਲ ਕਰ ਰਹੇ ਹਾਂ। ਜਿਵੇਂ ਜਿਵੇਂ ਤੁਹਾਡੀ ਸੇਲ ਵਧੂਗੀ ਤੁਹਾਨੂੰ ਇਹਦਾ ਮਾਰਜਨ ਵਧੂਗਾ। ਸਿਰਫ ਕੈਲਕੂਲੇਸ਼ਨ ਦੇਣੀ ਚਾਹਨੇ। ਚਾਹ ਪੱਤੀ ਦਾ ਰੇਟ ਕਿੰਨਾ ਹੈ ਸਰ? एमआरपी कितना है? एमआरपी ਦੇ ਘੱਟ 145 ਰੁਪਏ ਐਮਆਰਪੀ ਦਾ ਪ੍ਰੋਡਕਟ ਤੁਹਾਨੂੰ 120 ਦਾ ਮਿਲੂਗਾ, ਲੇਕਿਨ ਤੁਸੀਂ 110 ਦਾ ਮਿਲੂਗਾ। ਹਾਂ, ਤੇ 145 ਰੁਪਏ ਐਮਆਰਪੀ ਦਾ, ਇਹਦਾ 45% ਮਾਈਨਸ ਕਰੋ। ਐਮਆਰਪੀ ਦੀ ਕੈਲਕੂਲੇਸ਼ਨ ਦੇ ਰਿਹਾ ਬਸ 45% 145 ਰੁਪਏ ਦਾ ਸਰ। 145 ਤੋਂ ਇਹ 68 रुपए लेस मिल जाएंगे 145 68 ਰੁਪਏ ਲੈਸ ਕਰਕੇ ਕਿੰਨੀ ਹੋਗੀ? ਖੜੋ ਯਾਰ, ਮੈਂ ਪੜਿਆ ਲਿਖਿਆ ਹੁੰਦਾ ਤੇ ਮੈਂ ਇਹ ਆਈਐਮਸੀ ਕਰਦਾ ਸੀ, ਮੈਂ ਵੀ ਨੌਕਰੀ ਨਹੀਂ ਕਰਦਾ ਹੁੰਦਾ। 78 ਰੁਪਏ। ਗੰਦੀ ਸੜੀ ਚਾਹ ਵੀ ਯਾਰੋ ਕਿੰਨੀ ਪਾਉਂਦੀ ਹੈ? ਪਾਈ ਆ 80 ਰੁਪਏ 75 ਰੁਪਏ ਗੰਦੀ ਸੜੀ ਚਾਹ ਕਿਉਂ ਵੀ ਸਾਹਿਬ 70-80 ਰੁਪਏ ਤੁਹਾਨੂੰ ਸਰ 70-80 ਰੁਪਏ ਵਿਦਾਊਟ ਕੈਮੀਕਲ ਆਈਐਮਸੀ ਚਾਹ ਪੱਤੀ ਹੈ। ਤੁਹਾਡੀ ਜ਼ਿੰਦਗੀ ਚੋਂ ਰੋਗ ਵੀ ਕੱਟੂਗੀ, ਤੁਹਾਡੀ ਜ਼ਿੰਦਗੀ ਨੂੰ ਕੁਝ ਖਾਸ ਵੀ ਕਰੂ। ਮੈਂ ਦੱਸੋ ਯਾਰ, ਸਿੰਪਲ ਫਾਰਮੂਲਾ यार। कोई छोड़ो तो एक तो याहू जी गंडू कंपनी 99% मार्केट ਦੀਆਂ ਕੰਪਨੀਆਂ ਜੇ ਐਮਐਲਐਮ ਚ ਹੁੰਦੀਆਂ ਤੇ 1300 ਰੁਪਏ 1400 ਰੁਪਏ ਦਾ ਕੋਈ ਡੱਬਾ, 2000 ਰੁਪਏ ਦਾ ਡੱਬਾ, 3100 ਰੁਪਏ ਦੀ ਬੋਤਲ ਆਇੰਦਾ। ਯੈਸ, ਆਪਾਂ ਕੀ ਵੇਚ ਰਹੇ ਹਾਂ? ਉਹ ਚੀਜ਼ਾਂ ਜਿਹੜੀਆਂ ਤੁਹਾਨੂੰ ਚਾਹੀਦੀਆਂ ਹੈ, ਉਹ ਸਾਰੀਆਂ ਚੀਜ਼ਾਂ ਮਾਰਕੀਟ ਰੇਟ ਨਾਲੋਂ ਵੀ ਸਸਤੀਆਂ ਦੇ ਰਹੇ ਹਾਂ ਤੁਹਾਨੂੰ, ਤੇ ਉਸ ਤੋਂ ਬਾਅਦ ਤੁਸੀਂ ਜ਼ਿੰਦਗੀ ਨੂੰ ਖੁਸ਼ਹਾਲ ਕਰਦੇ ਹੋ। ਜੇ ਹੁਣ ਤੁਸੀਂ ਨਹੀਂ ਕਰ ਸਕਦੇ ਤੇ ਫਿਰ ਪਰਮਾਤਮਾ ਘਰੇ ਜਾ ਕੇ ਤੁਸੀਂ ਇਹ ਨਹੀਂ ਕਹਿਣਾ ਵੀ ਦਾਤਿਆ ਮੈਨੂੰ ਉਸ ਘਰ ਕਿਉਂ ਸਿੱਟਿਆ ਜਿੱਥੇ ਮੇਰੇ ਕੋਲ ਪੈਸੇ ਹੈ ਨਹੀਂ ਸੀ। ਉਹਨੇ ਕਹਿਣਾ ਹੁਣ ਮੈਂ ਕੁਝ ਨਹੀਂ ਕਰ ਰਿਹਾ। ਸਮਝ ਆ ਰਹੀ ਕੁਛ? ਹੈਲੋ, ਮੈਂ ਜਿੱਥੇ ਜਾਣਾ ਚਾਹੁੰਦਾ ਪਹੁੰਚ ਰਹੇ ਹੋ। ਹੁਣ ਕੀ ਆ ਸਰ? ਹੁਣ ਇਹਦੇ ਵਿੱਚ ਵੱਡਾ ਬਿਜ਼ਨਸ ਕੌਣ ਕਰਨਾ ਚਾਹੁੰਦਾ? ਇੱਕ ਵਾਰ ਮਾੜਾ ਜਿਹਾ ਹੱਥ ਖੜੇ ਕਰੋਗੇ, ਜ਼ਿੰਦਗੀ ਨੂੰ ਖੁਸ਼ਹਾਲ ਕੌਣ ਕਰਨਾ ਚਾਹੁੰਦਾ ਹੈ? ਰਾਈਟ। ਇੱਥੇ ਤੱਕ ਮੈਂ ਸਮਝਾਣਾ ਸੀ ਤੁਹਾਨੂੰ ਸਿਰਫ ਇੰਨਾ ਵੀ ਤੁਸੀਂ ਯੂਜ਼ਰ ਬਣੋ ਚਾਹੇ ਰਿਟੇਲਰ ਬਣੋ। ਹੁਣ ਤੀਜੀ ਗੱਲ ਕੀ ਸੀ? ਨੈਟਵਰਕ। ਆਪਾਂ ਆਪਦੇ ਨੈਟਵਰਕ ਨੂੰ ਦੇਖੋ। ਆਪਾਂ ਇੱਕ ਐਸਾ ਬਿਜ਼ਨਸ ਹੈ, ਆਪਾਂ ਲੋਕਾਂ ਨੂੰ ਜੇ ਪ੍ਰਚਾਰ ਕਰਾਂਗੇ ਤੇ ਆਪਣੀ ਇਨਕਮ ਵਧੂਗੀ। ਤੁਸੀਂ ਜਿੰਨੇ ਵੀ ਹੁਣ ਬਿਜ਼ਨਸ ਕਰ ਰਹੇ ਹੋ ਉਹ ਸਿਰਫ ਕਰ ਰਹੇ ਹੋ ਐਕਟਿਵ ਇਨਕਮ ਵਾਸਤੇ। एक्टिव इनकम की होती है जब तक तुसी करोगे तो पैसा आऊगा, जो इनकम करनी बंद कम करना बंद तो इनकम बंद। लेकिन नेटवर्कर की जेडी इनकम होती है वो पैसिव इनकम होती है। यानी कि कोरोना ने सिखाता, जो मैं कोरोना च घरे बैठा सीगा, उस तो बाद जिवें कोरोना खत्म होया मैं आपकी पुरानी गड्डी बेची नवीं लेके आ गया, क्योंकि मेरे को की आ रही सी जो लोगों के घर जी पुरानी गड्डी खड़ी सी वो बेचारों ने बेच के माड़ी मोटी सेविंग करी। हेलो, समझ आ गया? ਹੁਣ ਆਪਾਂ ਇਹ ਥੋੜਾ ਜਿਹਾ ਸਰ ਬੈਠ ਜਾਂਦੇ
जीतू आज भी चाहिए हाँ बिल्कुल तो ਹੁੰਦਾ ਦਸੀ ਸੀ आओ चलो सीखो आज ਜਿਹੜੇ ਬੰਦੇ ਨਵੇਂ ਆਏ हैं ਆਪਾਂ अपना गोल है मिनिमम ਲੱਖ ਰੁਪਏ महीने तो ज्यादा इनकम लेके जानी किवें आऊगी ਹੁਣ मैं ਤੁਹਾਨੂੰ ਸ਼ੋਰਟ ਫਾਰਮੂਲਾ ਦੱਸਣਾ ਚਾਹਨਾ ਹੈ ਤਿਆਰ ਹੋ ਇਨਕਮ ਕਿੰਨੀ ਚਾਹੀਦੀ ਆਪਾਂ ਨੂੰ ਲੱਖ ਰੁਪਏ ਮਹੀਨਾ ਕੀ ਕਰਨਾ ਪਊ ਬਿਜ਼ਨਸ ਸਟਾਰਟ ਕਰਨ ਵਾਸਤੇ ਆਪਾਂ ਨੂੰ ਮਿਨੀਮਮ 2500 BV ਦਾ ਪ੍ਰੋਡਕਟ ਪਰਚੇਜ਼ ਕਰਨਾ ਪਊਗਾ ਜਿਹਦੀ ਅਮਾਉਂਟ ਕਿੰਨੀ ਬਣੂਗੀ ਲਗਭਗ 7500 ਤੋਂ ਲੈ ਕੇ 8000 ਤੱਕ ਸਿਰਫ ਘਰ ਦਾ ਸਮਾਨ ਲੈਣਾ ਯਾਰੋ ਕਿੰਨਾ ਸਿਰਫ ਕੀ ਲੈਣਾ ਹੈਲੋ ਔਖਾ ਕੰਮ ਹੈ ਕੁਐਸਚਨ ਇਹ ਕਿ ਚਾਹ ਦੀ ਰੇਡੀ ਹੋਣ ਵਾਸਤੇ ਕਿੰਨੇ ਪੈਸੇ ਲੱਗਦੇ ਆ ਚਾਹ ਦੀ ਰੇਡੀ ਹੋਣ ਵਾਸਤੇ 14-15,000 ਹੈ ਜੀ 14-15,000 ਸਰ ਬਹੁਤ ਘੱਟ ਗਿਆ ਤੁਸੀਂ 25-30,000 ਰੁਪਏ ਲੱਗ ਜਾਂਦਾ ਹੈ ਮਾਮੂਲੀ ਜੀ ਗੱਲ ਹੈ ਨਾ ਹਾਂਜੀ 14-15,000 ਦੀ ਤਾਂ ਰੇੜੀ ਆਊਗੀ ਜੀ ਗੱਲ ਦੇਖੀ ਸਹੀ ਹੈ ਚਾਹ ਦੀ ਰੇਡੀ ਹੋਣ ਵਾਸਤੇ ਜਿਹੜਾ ਹਰ ਬੰਦਾ ਨਹੀਂ ਕੰਮ ਕਰਦਾ ਸਿਰਫ ਘਰ ਦਾ ਸਮਾਨ ਲੈਣਾ ਕਿੰਨੇ ਦਾ ਤੁਸੀਂ 7 ਤੋਂ 8,000 ਰੁਪਏ ਦਾ ਆਪਦੀ ਮਰਜ਼ੀ ਦਾ ਸਾਡੀ ਕੋਈ ਕੰਡੀਸ਼ਨ ਨਹੀਂ ਤੁਸੀਂ ਤੁਹਾਨੂੰ ਕੀ ਸਮਾਨ ਦੇਣਾ ਹੈ ਇੱਥੋਂ ਜੇ ਤੁਸੀਂ ਇਸ ਚੀਜ਼ ਨੂੰ ਸਮਝ ਗਏ ਜੇ ਤੁਸੀਂ ਇਸ ਨੂੰ ਐਕਸੈਪਟ ਕਰ ਲਿਆ ਤਾਂ ਸਰ 3 ਮਹੀਨਿਆਂ ਦੇ ਵਿੱਚ ਤੁਹਾਡੇ ਘਰੇ 20 ਤੋਂ 25,000 ਰੁਪਏ ਦੀ ਇਨਕਮ ਤੇ 5 ਮਹੀਨਿਆਂ 'ਚ ਤੁਹਾਡੇ ਘਰੇ 1 ਲੱਖ ਰੁਪਏ ਮਹੀਨੇ ਦੀ ਇਨਕਮ ਤਿਆਰ ਹੋ Yes. रेडी Yes. बस करना हो होगा जो मैं कहूंगा सिर्फ सुनना कुछ भी नहीं जी ਤੁਸੀਂ ਕੀ ਕਰ ਸਕਦੇ ਹੋ ਤੁਹਾਡੇ 3-4 ਪੜੋਸੀ ਹੈ ਸਭ ਦੇ ਇਨੀ ਤੁਸੀਂ ਇੱਜ਼ਤ ਬਣਾਈ ਹੈ ਆਪਣੀ ਹੈਲੋ ਇੰਨੀ ਇੱਜ਼ਤ ਬਣਾਈ ਹੈ ਕਿ 3-4 ਪੜੋਸੀ ਤੁਹਾਡੀ ਗੱਲ ਨੂੰ ਸੁਣਦੇ ਆ 3-4 ਦੋਸਤ ਵੀ ਬਣਾਏ ਆ ਤੁਸੀਂ 3-4 ਕੋ ਰਿਸ਼ਤੇਦਾਰ ਵੀ ਹੈ ਜਿਹੜੇ ਤੁਹਾਡੀ ਗੱਲ ਨੂੰ ਮੰਨਦੇ ਆ ਜਾਂ 3-4 ਕੋ ਜਾਣ ਪਛਾਣ ਵਾਲੇ ਹੈ ਹੈਲੋ ਹੈ ਤੁਹਾਡੇ ਕੋਲ 20-25 ਜਾਣੇ ਤੁਹਾਡੇ ਹੋਣਗੇ ਆਪਦੇ ਲੇਕਿਨ ਤੁਸੀਂ ਸਿਰਫ ਉਹ 20-25 ਜਾਣਿਆਂ ਚੋਂ ਕਿ 5 ਜਾਣਿਆਂ ਨੂੰ ਲਾਈਫ ਚੇਂਜ ਕਰ ਸਕਦੇ ਹੋ 5 ਜਾਣੇ ਦੇ ਘਰੋਂ ਬਿਮਾਰੀ ਖਤਮ ਕਰ ਸਕਦੇ ਹੋ ਕਿ ਤੁਹਾਡੇ ਕਹਿਣ ਤੇ ਸਿਰਫ 5 ਜਾਣੇ 7 ਤੋਂ 8,000 ਰੁਪਏ ਘਰ ਦਾ ਸਮਾਨ ਲੈ ਸਕਦੇ ਇੰਨੀ ਕਿ ਤੁਸੀਂ ਇੱਜ਼ਤ ਬਣਾਈ ਹੈ ਆਪਣੀ ਹੈਲੋ ਬਣਾਈ ਹੈ ਬਸ ਜੇ ਤੁਸੀਂ ਇੰਨੀ ਕਿ ਇੱਜ਼ਤ ਬਣਾਈ ਹੈ ਤਾਂ ਤੁਹਾਡੇ ਅਗਲੇ 5 ਮਹੀਨਿਆਂ ਦੇ ਵਿੱਚ 1 ਲੱਖ ਰੁਪਏ ਮਹੀਨੇ ਦੀ ਗਾਰੰਟੀ ਤਾੜੀਆਂ ਮਾਰ ਦੋ ਯਾਰ ਜੇ ਤੁਸੀਂ ਇੰਨੀ ਇੱਜ਼ਤ ਬਣਾਈ ਹੈ ਤਾਂ ਤੁਹਾਡੀ ਅਗਲੇ 5 ਮਹੀਨਿਆਂ ਦੇ ਵਿੱਚ 1 ਲੱਖ ਰੁਪਏ ਮਹੀਨੇ ਦੀ ਗਾਰੰਟੀ ਮੈਂ ਦਿੰਦਾ ਉਹ ਕਿਵੇਂ ਆਊਗਾ ਸਿਰਫ 5 ਬੰਦਿਆਂ ਨੂੰ ਤੁਸੀਂ ਕੀ ਦੇਣਾ 2500 BV ਦਾ ਸਮਾਨ ਸਿਰਫ 2500 BV ਦਾ ਸਮਾਨ 5 ਮਹੀਨਿਆਂ 'ਚ 5 ਬੰਦਿਆਂ ਨੂੰ ਕਿੰਨਾ ਸਮਾਨ ਬਣੂਗਾ ਇੱਕ ਬੰਦੇ ਵਾਸਤੇ 7,000 ਤੁਸੀਂ ਸਿਰਫ 5 ਬੰਦਿਆਂ ਦੇ ਘਰੇ ਜਾ ਕੇ ਸਮਝਾ ਸਕਦੇ ਹੋ ਕਿ ਸਰ ਇਹ ਸਾਰਾ ਸਮਾਨ ਕੀ ਹੈ ਇਹ ਕੀ ਹੈ ਆਪਣੇ ਕੋਲ ਇਹ ਆਪਣੇ ਕੋਲ ਕੀ ਹੈ ਆਯੁਰਵੇਦ ਸਮਾਰਟ ਆਯੁਰਵੇਦਾ ਉਹਨੂੰ ਸਿਰਫ ਇਹ ਕਹਿ ਸਕਦੇ ਹੋ ਤੁਹਾਡੇ ਘਰੇ ਜਿਹੜਾ ਸਮਾਨ ਹੁੰਦਾ ਹੈ ਤੁਹਾਡੇ ਘਰੇ ਬਿਮਾਰੀਆਂ ਦਾ ਕਾਰਨ ਕੀ ਹੈ ਤੁਹਾਡੇ ਘਰ ਦਾ ਸਮਾਨ ਤੁਹਾਡੀ ਗਰੀਬੀ ਦਾ ਕਾਰਨ ਕੀ ਹੈ ਤੁਹਾਡੇ ਘਰ ਦਾ ਸਮਾਨ ਜੇ ਤੁਸੀਂ ਉਹ ਚੇਂਜ ਕਰ ਦੋਗੇ ਘਰੋਂ ਬਿਮਾਰੀ ਜਾਊਗੀ ਤੇ ਅਮੀਰੀ ਆਊਗੀ ਰਾਈਟ ਜੋ ਸ਼ਾਦੀ ਮਰਦੇ ਕੋਲ ਮੈਨੂੰ ਥੋੜਾ ਜਿਹਾ ਸਿਰਫ 5 ਬੰਦਿਆਂ ਨੂੰ ਜੇ ਤੁਸੀਂ ਇਹ ਗੱਲ ਸਮਝਾ ਸਕਦੇ ਹੋ ਪੂਰੀ ਦੁਨੀਆ ਦੇ ਵਿੱਚ ਸਿਰਫ 5 ਬੰਦਿਆਂ ਨੂੰ ਤਾਂ ਸਮਝੋ ਤੁਸੀਂ ਅੱਜ ਤੋਂ 1 ਲੱਖ ਰੁਪਏ ਮਹੀਨਾ ਕਮਾਉਣ ਵਾਸਤੇ ਤਿਆਰ ਹੋ 5 ਬੰਦਿਆਂ ਨੂੰ ਉਹਨਾਂ ਦੇ ਘਰ ਦਾ ਸਮਾਨ ਬਦਲਣਾ ਹੈ 7 ਤੋਂ 8,000 ਰੁਪਏ ਦੇ ਘਰ ਦਾ ਸਮਾਨ ਦੇਣਾ ਹੈ ਉਹ 7 ਤੋਂ 8,000 ਰੁਪਏ ਦਾ ਘਰ ਦਾ ਸਮਾਨ ਯੂਜ਼ ਕਰਨਗੇ ਸਭ ਤੋਂ ਪਹਿਲਾਂ ਉਹਨਾਂ ਦੇ ਘਰੇ ਬਿਮਾਰੀ ਜਾਊਗੀ यस ਜੇ ਅਗਲਾ ਤੇ ਪਹਿਲਾ ਕੁਐਸਚਨ ਹੋਊਗਾ ਯਾਰ ਮੈਂ ਇੰਨਾ 7-8,000 ਰੁਪਏ ਦਾ ਸਮਾਨ ਕੀ ਕਰੂੰਗਾ ਉਹਨੂੰ ਕਹ ਸਰ ਜੇ ਤੁਸੀਂ ਜ਼ਿੰਦਗੀ ਨੂੰ ਖੁਸ਼ਹਾਲ ਕਰਨਾ ਕੁਝ ਸਮਾਨ ਵਰਤਣਾ ਹੈ ਤਾਂ ਕੁਝ ਸਮਾਨ ਆਪਣੇ ਰਿਸ਼ਤੇਦਾਰਾਂ ਯਾਰ ਦੋਸਤਾਂ ਨੂੰ ਤੁਸੀਂ ਡਿਸਟ੍ਰੀਬਿਊਟ ਕਰਨਾ ਹੈ ਕਿਉਂਕਿ ਉਹਨਾਂ ਨੂੰ ਇਹਨਾਂ ਦੀ ਕੁਆਲਿਟੀ ਦਾ ਪਤਾ ਲੱਗੂਗਾ ਜਦ ਤੱਕ ਕੁਆਲਿਟੀ ਦਾ ਨਹੀਂ ਪਤਾ ਲੱਗੂਗਾ ਉਦੋਂ ਤੱਕ ਤੁਹਾਡੇ ਬਿਜ਼ਨਸ ਤੇ ਬਲੀਵ ਨਹੀਂ ਕਰਨਗੇ ਮੈਂ ਜਿੱਥੇ ਜਾਣਾ ਚਾਹਿਆ ਪਹੁੰਚ ਰਿਹਾ ਮੈਂ जी 7 ਤੋਂ 8,000 ਰੁਪਏ ਦਾ ਸਮਾਨ ਜੇ ਤੁਸੀਂ 5 ਦੋਸਤਾਂ ਨੂੰ ਦੇਤਾ 1 ਮਹੀਨੇ ਦੇ ਅੰਦਰ ਤੇ ਤੁਹਾਡੇ ਸਰ ਪਹਿਲੇ ਮਹੀਨੇ ਤੁਹਾਡੇ ਖਾਤੇ ਦੇ ਵਿੱਚ 1,000 ਰੁਪਏ ਦੀ ਇਨਕਮ ਆਊਗੀ ਕੰਪਨੀ ਤੁਹਾਡੇ ਖਾਤੇ ਦੇ ਵਿੱਚ 1,000 ਰੁਪਏ ਦੀ ਇਨਕਮ ਪਹਿਲੇ ਮਹੀਨੇ ਭੇਜੂ ਰਾਈਟ ਮੈਂ ਸਿਰਫ ਸਿੰਪਲ ਦੱਸੂਗਾ ਉਸ ਤੋਂ ਬਾਅਦ ਜੇ ਤੁਹਾਡੇ ਕੋਲ 5 ਬੰਦੇ ਐਸੇ ਹੈ 20 ਬੰਦਿਆਂ ਚੋਂ 5 ਬੰਦੇ ਤੁਹਾਡੀ ਇਸ ਗੱਲ ਨੂੰ ਮੰਨਣਗੇ ਤੇ ਕੀ ਇਹਨਾਂ ਕੋਲ ਵੀ 5 ਬੰਦੇ ਐਸੇ ਹੋ ਸਕਦੇ ਆ ਸਿਰਫ ਜੋ ਕੰਮ ਤੁਸੀਂ ਕੀਤਾ ਕਿ ਇਹ 5 ਬੰਦਿਆਂ ਤੋਂ ਵੀ 5 ਬੰਦੇ ਉਹਨਾਂ ਦੀ ਘਰੇ ਬੈਠ ਕੇ ਲਿਸਟ ਬਣਾਤੀ ਜੋ 5 ਬੰਦਿਆਂ ਨੂੰ 7-7 8-8,000 ਰੁਪਏ ਦਾ ਸਮਾਨ ਘਰ ਦਾ ਸਮਾਨ ਦੇਤਾ ਜੇ 5 ਬੰਦਿਆਂ ਨੂੰ ਸਭ ਦੂਜੇ ਮਹੀਨੇ ਤੁਹਾਡੇ ਖਾਤੇ ਦੇ ਵਿੱਚ ਕਿੰਨੇ ਪੈਸੇ ਆਣਗੇ 9375 ਰੁਪਏ ਦੂਜੇ ਮਹੀਨੇ ਹੀ ਤੁਸੀਂ 10,000 ਰੁਪਇਆ ਸਿਰਫ IMC ਦਾ ਸਮਾਨ ਵੇਚਣ ਨਾਲ ਕਮਾ ਲਿਆ लेवल कितना हो जाएगा ਤੇ ਥੋੜਾ ਜਿਹਾ ਲੈਵਲ ਹੋ ਜਾਊਗਾ 30% ਤੁਸੀਂ ਕੰਪਨੀ 'ਚ ਕੀ ਮੰਨੋਗੇ ਸੁਪਰਸਟਾਰ 30% ਥੋੜਾ ਲੈਵਲ ਤਾਂ ਤੁਹਾਡੇ ਖਾਤੇ ਦੇ ਵਿੱਚ ਕਿੰਨੀ ਇਨਕਮ ਆਊਗੀ
93 ਕੁਝ ਕਮਾਉਣ ਵਾਸਤੇ ਕੁਝ ਕਰਨਾ ਤੋਂ ਤੁਸੀਂ ਦੇਖੋ ਕੋਟ ਪੈਂਟ ਵੇਚਣ ਗਏ ਹੋ, ਘੜੀਆਂ ਵੇਚਣ ਗਏ ਹੋ, ਲੈਪਟਾਪ ਵੇਚਣ ਗਏ ਹੋ, ਕੁਛ ਨਹੀਂ। ਜਿਹੜੀ ਚੀਜ਼ ਉਹ ਘਰੇ ਵਰਤ ਰਿਹਾ ਸਿਰਫ ਉਹੀ ਚੀਜ਼ਾਂ ਤੁਸੀਂ ਉਹਨਾਂ ਨੂੰ ਦੇਣ ਗਏ ਹੋ, ਉਹ ਵੀ ਬੈਸਟ ਕੁਆਲਿਟੀ ਦੀਆਂ, ਉਹ ਵੀ ਰੀਜ਼ਨੇਬਲ ਰੇਟ ਦੀਆਂ, ਉਹ ਵੀ ਬਿਮਾਰੀ ਭਜਾਉਣ ਵਾਲੀਆਂ, ਉਹ ਵੀ ਇਨਕਮ ਕ੍ਰੀਏਟ ਕਰਨੀ। ਸਿੰਪਲ। 7 ਤੋਂ 8000 ਰੁਪਏ ਦਾ ਸਮਾਨ ਸਿਰਫ ਕਿੰਨੇ ਬੰਦਿਆਂ ਨੂੰ? ਸਿਰਫ 5। ਤੇ ਉਸ ਤੋਂ ਬਾਅਦ ਜੀ ਉਹ 5 ਬੰਦੇ ਆਪਾਂ ਉਹਨਾਂ ਨਾਲ ਡਟ ਗਏ ਤੇ ਸਿਰਫ ਉਹਨਾਂ ਤੋਂ 5 ਬੰਦੇ ਉਹਨਾਂ ਦੀ ਲਿਸਟ ਬਣਵਾ ਕੇ ਉਹਨਾਂ ਕੋਲ ਪਹੁੰਚ ਗਏ ਤੇ ਦੂਜੇ ਮਹੀਨੇ ਤੁਹਾਡੇ ਖਾਤੇ ਦੇ ਵਿੱਚ ਇਨਕਮ ਕਿੰਨੀ ਆਊਗੀ? ਤੀਜੇ ਮਹੀਨੇ ਕਿੰਨੀ ਆਊਗੀ? 6500 ਜੀ। ਥੋੜਾ ਲੈਵਲ ਕੀ ਹੋ ਜਾਊਗਾ? ਚੇਅਰਮੈਨ। ਤੁਸੀਂ ਚੇਅਰਮੈਨ ਬਣੋਗੇ। ਤੀਜੇ ਮਹੀਨੇ ਤੁਹਾਡੇ ਖਾਤੇ 6500 ਰੁਪਏ ਤੇ ਤੁਸੀਂ 45% ਲੈਵਲ ਤੇ ਪਹੁੰਚ ਜਾਓਗੇ। ਤੇ ਇਸ ਲੈਵਲ ਤੇ ਪਹੁੰਚਣ ਵਾਸਤੇ ਉਹ ਵੀ ਕੋਈ 2 ਸਾਲ ਲਾ ਦਿੰਦਾ, ਕੋਈ 3 ਸਾਲ ਲਾ ਦਿੰਦਾ, ਕੋਈ 4 ਸਾਲ ਲਾ ਦਿੰਦਾ, ਸਿੰਪਲ 3 ਮਹੀਨਿਆਂ ਦੇ ਅੰਦਰ। ਹੈਲੋ ਗਾੜੀ ਮਾਰ ਚਾਹੀਦੀ। ਹੁਣ ਤੁਸੀਂ ਦੇਖੋ ਵੀ ਕਰਨਾ ਕੀ ਹੈ। ਸਿਰਫ 7 ਤੋਂ 8000 ਰੁਪਏ ਦਾ ਸਮਾਨ ਆਪਣੇ ਕਿੰਨੇ ਦੋਸਤਾਂ ਨੂੰ ਪਹੁੰਚਾਣਾ ਹੈ? 5। ਤੇ ਉਹਦੇ ਕੋਲ ਬੈਠ ਕੇ ਉਹਦੇ 5 ਦੋਸਤ ਲੈਣੇ ਹੈ ਤੇ ਉਹਨਾਂ ਨੂੰ 7-8000 ਰੁਪਏ ਦਾ ਸਮਾਨ ਜਿਹੜਾ ਉਹਨਾਂ ਨੂੰ ਚਾਹੀਦਾ ਦੇਣਾ। ਇੱਕ ਬੰਦੇ ਕੋਲ ਮਿਨੀਮਮ 5 ਬੰਦੇ ਦੀ ਕੈਪੈਸਿਟੀ ਹੁੰਦੀ ਹੈ। ਜੇ ਮੈਂ ਇਹਨੂੰ ਪੰਜਾਬੀ ਚ ਵਗੈਰਾ ਕਹਾਂ, ਜੇ ਤੁਸੀਂ ਉਸ ਗੱਲ ਨੂੰ ਗੁੱਸਾ ਨਾ ਮਾਰੋ, ਮਰਨ ਤੋਂ ਬਾਅਦ ਕਿੰਨੇ ਬੰਦੇ ਚਾਹੀਦੇ ਆਪਾਂ ਨੂੰ? ਤੇ ਜਿੰਦੇ ਜੀ ਕਿੰਨੇ ਚਾਹੀਦੇ ਆ? ਮਰਨ ਤੋਂ ਬਾਅਦ 4 ਬੰਦੇ ਧੱਕੇ ਨਾਲ ਮਿਲ ਜਾਂਦੇ ਆ, ਜਿੰਦੇ ਜੀ 5 ਬੰਦੇ ਨਹੀਂ ਲੱਭ ਸਕਦੇ ਆਪਾਂ? ਲੱਭ ਸਕਦੇ ਆ ਨਾ। ਸਿਰਫ ਜਿੰਦੇ ਜੀ 5 ਬੰਦੇ ਲੱਭਣੇ ਆ। ਉਹਨਾਂ ਨੂੰ ਵੀ ਕੀ ਦੇਣਾ ਆਪਾਂ? ਉਹ ਸਮਾਨ ਜਿਹੜਾ ਕਿ ਆਲਰੇਡੀ ਉਹਨਾਂ ਦੇ ਘਰੇ ਯੂਜ਼ ਹੋ ਰਿਹਾ ਹੈ ਤੇ ਉਹ ਉਹਨਾਂ ਦੀ ਸਿਹਤ ਨੂੰ ਖਰਾਬ ਕਰ ਰਿਹਾ ਤੇ ਉਹਨਾਂ ਦੀ ਇਨਕਮ ਨੂੰ ਵੀ ਖਰਾਬ। ਆਪਾਂ ਉਹ ਸਮਾਨ ਦੇਣਾ ਜਿਹੜਾ ਉਹਨਾਂ ਦੀ ਸਿਹਤ ਵੀ ਰਹਿ ਕੇ ਆਊਗਾ ਤੇ ਉਹਨਾਂ ਦੀ ਇਨਕਮ ਵੀ ਰਹਿ ਕੇ ਆਊਗਾ। ਤੇ ਸਰ ਜੇ ਇਹਨਾਂ ਦੀ ਤਿੰਨਾਂ ਦੀ ਮਹੀਨਿਆਂ ਦੀ ਕੈਲਕੂਲੇਸ਼ਨ ਕਰੋਗੇ, 62 ਤੇ 10 ਤੇ 1000 ਲਗਭਗ 74000 ਰੁਪਇਆ 3 ਮਹੀਨਿਆਂ ਦੀ ਐਵਰੇਜ 24000 ਰੁਪਇਆ ਮਹੀਨਾ ਇੱਕ ਅਨਪੜ੍ਹ ਬੰਦਾ ਵੀ ਕਮਾ ਸਕਦਾ ਹੈ। ਦੇਖੋ ਪੁਰੀ ਸਾਹਿਬ 24000 ਰੁਪਏ ਮਹੀਨਾ ਕਮਾਉਣਾ ਕੋਈ ਈਜ਼ੀ ਕੰਮ ਹੈ ਅੱਜ ਦੇ ਟਾਈਮ 'ਚ? ਮੁਸ਼ਕਿਲ ਕੰਮ ਹੈ। ਉਹਦੇ ਵਾਸਤੇ ਬਹੁਤ ਵੱਡੀ ਨੌਕਰੀ ਕਰਨੀ ਪੈਂਦੀ ਹੈ, ਪੜ੍ਹਨਾ ਲਿਖਣਾ ਪੈਂਦਾ ਹੈ। ਜੇ ਇਹੋ ਜਿਹਾ ਕੰਮ ਹੁੰਦਾ ਤਾਂ ਮੈਂ ਤਾਂ ਜ਼ਿੰਦਗੀ ਭਰ ਨਹੀਂ ਸੀ ਕਮਾ ਸਕਦਾ, ਕਿਉਂਕਿ ਮੈਂ 10ਵੀਂ ਵੀ 2 ਵਾਰ ਕੀਤੀ ਹੈ। ਉਹਦੇ ਲਈ ਟਰਮਸ ਐਂਡ ਕੰਡੀਸ਼ਨਸ ਵੀ ਬਹੁਤ ਹੁੰਦੀਆਂ, ਬਾਉਂਡੇਸ਼ਨਸ ਬਹੁਤ ਹੁੰਦੀਆਂ। ਪੜ੍ਹਾਈ ਮੈਂ ਹਮੇਸ਼ਾ ਕਹਿੰਦਾ ਵੀ ਤੁਹਾਨੂੰ ਪੜ੍ਹਾਈ ਕਰਨ ਵਾਸਤੇ ਇੰਨਾ ਕੁਝ ਕਰਨਾ ਪੈਂਦਾ ਹੈ ਜਦ ਕਿ ਉਹ ਸਾਰੀ ਪੜ੍ਹਾਈ ਤੁਹਾਡੀ ਇਨਕਮ ਕਮਾਉਣ ਵਾਸਤੇ ਕਦੇ ਵੀ ਕੰਮ ਨਹੀਂ ਹੁੰਦੀ। ਕਿਉਂ ਸਰ? ਇਨਕਮ ਕਮਾਉਣ ਵਾਸਤੇ ਤਾਂ ਆਪਾਂ ਨੂੰ ਨਵਾਂ ਕੰਮ ਸਿੱਖਣਾ ਪੈਂਦਾ ਹੈ। ਜੇ ਤੁਸੀਂ ਮਾਰਕੀਟ ਕਰਨੀ ਹੋ ਉਹ ਵੀ ਕਦੇ ਪੜ੍ਹਾਈ ਦੇ ਵਿੱਚ ਨਹੀਂ ਸਿਖਾਈ ਜਾਂਦੀ। ਜਿਹੜਾ ਤੁਸੀਂ ਨੌਕਰੀ ਕਰਦੇ ਹੋ ਉਹ ਕਦੇ ਪੜ੍ਹਾਈ ਵਿੱਚ ਨਹੀਂ ਸਿਖਾਈ ਜਾਂਦੀ। ਉਹਦੇ ਵਾਸਤੇ ਤਾਂ ਨਵੇਂ ਫੰਡਾਮੈਂਟਲ ਆਪਾਂ ਨੂੰ ਸਿੱਖਣੇ ਹੀ ਪੈਂਦੇ ਆ। ਉਹ ਪੜ੍ਹਾਈ ਕਦੇ ਕੰਮ ਨਹੀਂ ਆਉਂਦੀ। ਲੇਕਿਨ ਮੈਂ ਚੰਗਾ ਮੈਂ ਨਹੀਂ ਪੜ੍ਹਿਆ, ਸਤਿਗੁਰੂ ਦਾ ਸ਼ੁਕਰ ਹੈ। ਜ਼ਿਆਦਾ ਪੜ੍ਹ ਲੈਂਦਾ ਤਾਂ ਜਦ ਮੈਂ ਵੀ ਨਾ ਇੱਥੇ ਹੁੰਦਾ। ਹੁਣ ਮੇਰੀ ਗੱਲ ਸਮਝ ਆਈ ਤੁਹਾਨੂੰ? ਮੇਨ ਮੋਟਿਵ ਕੀ ਕਰਨਾ? ਤੁਸੀਂ 7 ਤੋਂ 8000 ਰੁਪਏ ਦਾ ਸਮਾਨ ਆਪਣੇ ਸਿਰਫ 5 ਰਿਸ਼ਤੇਦਾਰਾਂ ਨੂੰ ਦੇਣਾ ਹੈ। ਜੇ 10 ਪਰ ਉਹ ਬੰਦਿਆਂ ਨੂੰ ਦੇਣਾ ਹੈ ਜਿਨ੍ਹਾਂ ਦੇ ਸੁਪਨੇ ਤੁਹਾਡੇ ਵਰਗੇ ਹੋਣ, ਜਿਹੜਾ ਤੁਹਾਡੇ ਵਰਗੀ ਸੋਚਦਾ ਹੋਵੇ ਵੀ ਉਹ ਸਿਹਤ ਬਣਾਉਣਾ ਚਾਹੁੰਦਾ ਹੋਵੇ ਤੇ ਇਨਕਮ ਕਮਾਉਣਾ। ਸਿੰਪਲ। ਤੇ ਉਹਨਾਂ ਕੋਲ ਬੈਠ ਕੇ 5 ਬੰਦਿਆਂ ਦੀ ਲਿਸਟ ਬਣਾਓ ਤੇ ਉਹਨਾਂ ਦੇ ਨਾਲ ਜਾਓ। 3 ਮਹੀਨੇ ਤੁਸੀਂ ਮਿਹਨਤ ਕਰੋਗੇ ਤੇ 3 ਮਹੀਨਿਆਂ 'ਚ ਤੁਹਾਡੀ ਇਨਕਮ ਕਿੰਨੀ ਬਣ ਜਾਊਗੀ? ਤੇ ਦੋਸਤੋ ਇਨਕਮ ਇੱਥੇ ਨਹੀਂ ਰੁਕਣੀ। ਥੋੜਾ ਜਿਹਾ ਇੱਥੋਂ ਅਲਰਟ ਹੋ ਕੇ ਚੱਲੋ, ਥੋੜਾ ਜਿਹਾ ਅੱਗੇ ਚੱਲਦੇ ਆਂ। ਤੀਸਰੇ ਮਹੀਨੇ 'ਚ ਉਹ ਥੋੜੀ 125 ਬੰਦਿਆਂ ਦੀ ਟੀਮ ਹੋ ਜਾਊਗੀ ਕਿ 125 ਬੰਦਿਆਂ ਦੇ ਵਿੱਚੋਂ 5 ਬੰਦੇ ਨਹੀਂ ਕੰਮ ਕਰਨਗੇ। 125 ਬੰਦਿਆਂ ਦੇ ਵਿੱਚੋਂ ਸਿਰਫ 5 ਬੰਦੇ ਐਸੇ ਨਹੀਂ ਹੋਣਗੇ ਜਿਹੜੇ ਤੁਹਾਡੇ ਕੋਲ ਜਿਨ੍ਹਾਂ ਸੁਪਨੇ ਜਾਗਦੇ ਹੋਣਗੇ। ਜੇ 125 ਬੰਦਿਆਂ ਵਿੱਚੋਂ 5 ਬੰਦੇ ਵੀ ਐਸੇ ਮਿਲ ਗਏ ਤੁਹਾਨੂੰ ਤੇ ਸਰ ਅਗਲੇ 2 ਮਹੀਨਿਆਂ ਬਾਅਦ ਤੁਹਾਨੂੰ ਕੰਪਨੀ ਦੇ ਟਰਨਓਵਰ 'ਚੋਂ ਜਿਹੜਾ ਪੈਸਾ ਆਊਗਾ ਤੁਸੀਂ ਸੋਚ ਵੀ ਨਹੀਂ ਸਕਦੇ। ਤੁਹਾਨੂੰ ਆਊਗਾ ਟਰੈਵਲਿੰਗ ਫੰਡ ਕੰਪਨੀ ਟਰਨਓਵਰ 'ਚ 4%। ਟਰੈਵਲਿੰਗ ਫੰਡ ਯਾਨੀ ਕਿ ਘੁੰਮਣ ਫਿਰਨ ਦਾ ਵੀ ਖਰਚਾ, ਜਿੰਨਾ ਮਰਜ਼ੀ ਘੁੰਮੋ ਫਿਰੋ ਪੈਸਾ ਕੌਣ ਦੇਊਗੀ? ਹੈਲੋ IMC। ਬਾਈਕ ਅੱਛਾ ਲੈਣ ਦੀ ਇਨਕਮ 4% ਕੰਪਨੀ ਟਰਨਓਵਰ 'ਚੋਂ ਬਾਈਕ ਲੈਣ ਦਾ ਖਰਚਾ, 2% ਗੱਡੀ ਲੈਣ ਦਾ ਖਰਚਾ, 2% ਹਾਊਸ ਲੈਣ ਦਾ ਖਰਚਾ, 2% ਚੰਗੀ ਲਗਜ਼ਰੀ ਲਾਈਫ ਜੀਣ ਦਾ ਖਰਚਾ, ਮੀਟਿੰਗ ਕਰ ਰਹੇ ਮੀਟਿੰਗਾਂ ਦਾ ਖਰਚਾ, ਲੀਡਰਸ਼ਿਪ ਬੋਨਸ। ਇਹ ਸਾਰੀ ਕੰਪਨੀ ਟਰਨਓਵਰ 'ਚੋਂ ਜਿਹੜਾ ਇੱਕ ਮੇਨਟੇਨ ਚੇਅਰਮੈਨ ਹੈ ਉਹਨੂੰ ਕੰਪਨੀ ਟਰਨਓਵਰ 'ਚੋਂ ਸਾਰਾ ਪੈਸਾ ਆਉਂਦਾ ਹੈ ਤੇ ਐਵਰੇਜ ਉਹਦੀ ਇਨਕਮ ਕਿੰਨੀ ਹੁੰਦੀ ਹੈ? 70000 ਤੋਂ 1 ਲੱਖ ਪਲੱਸ। ਤੇ 5ਵੇਂ ਮਹੀਨੇ ਹੀ ਯੂਅਰ ਇਨਕਮ ਸਟਾਰਟ ਇਨ ਔਖਾ ਕੰਮ ਹੈ ਕੁਝ। 1 ਲੱਖ ਰੁਪਇਆ ਮਹੀਨਾ ਕਮਾਉਣਾ ਮੈਂ ਕਮਾਈਦਾ ਹੈ ਜੇ ਤੁਸੀਂ ਸਿਰਫ 3 ਮਹੀਨੇ ਡਟ ਕੇ ਮਿਹਨਤ ਕਰ ਲਈ। ਇਸ ਤੋਂ ਸਸਤਾ ਸੌਖਾ ਕੰਮ ਦੁਨੀਆ ਦੇ ਵਿੱਚ ਕੁਝ ਨਹੀਂ ਬਣਿਆ। 1 ਲੱਖ ਰੁਪਏ ਮਹੀਨਾ ਕਮਾਉਣਾ ਪੁਰੀ ਸਾਹਿਬ। ਕਰਨਾ ਕੀ ਹੈ? ਸਿਰਫ ਲੋਕਾਂ ਨੂੰ ਆਯੁਰਵੇਦ ਬਾਰੇ ਜਾਣਕਾਰੀ ਦੇਣੀ ਹੈ, ਉਹਨਾਂ ਦੀ ਜ਼ਿੰਦਗੀ ਨੂੰ ਬਚਾਉਣਾ ਹੈ, ਉਹਨਾਂ ਨੂੰ ਮਹਿੰਗੇ ਪ੍ਰੋਡਕਟਾਂ ਤੋਂ ਬਚਾਉਣਾ ਹੈ, ਉਹਨਾਂ ਦੀ ਜ਼ਿੰਦਗੀ ਤੋਂ ਬਚਾਉਣਾ ਹੈ, ਡਿਜ਼ੀਜ਼ ਵੀ ਲਾਈਫ ਦੇਣੀ ਹੈ ਤੇ ਉਹਨਾਂ ਨੂੰ ਜ਼ਿੰਦਗੀ ਜਿਉਣ ਦਾ ਖੁਸ਼ਹਾਲ
ताई आईएमसी का नाम किया है आयुर्वेद अपनाएं निरोग जीवन पाएं, आयुर्वेद बताएं और खुशहाल जीवन पाएं। कोई समझ आया कुछ मैं की कह रहा हूं? थोड़ा आगे चलिए कि ये सारा कुछ जेड़ा कुछ शुरू में दसिया है कि वाकई सही है सर, बिल्कुल सही है। तुम्हें पता है उस तो दे आप थोड़ा आगे आ एक बंदा है प्रेम कुमार है ना, इसमें एक 2010 ਦੇ ਵਿੱਚ ਇਹੀ ਕੰਮ ਸ਼ੁਰੂ ਕੀਤਾ ਸੀ ਜਿਵੇਂ ਮੈਂ ਕੀਤਾ ਤੇ ਤੁਸੀਂ ਕਰਿਆ। ਅੱਜ ਕਿੰਨੀ ਹੋਈ ਹੈ? ਇਹ 2021 ਤੱਕ ਦਾ ਮੇਰੇ ਕੋਲ ਡਾਟਾ ਕੰਪਨੀ ਦਾ ਜਿਹੜਾ ਕੰਪਨੀ ਮੰਗਵਾਇਆ ਕਿੰਨੇ ਸਾਲ ਹੋਏ? 11 ਸਾਲ। ਤੇ 2021 ਦੇ ਵਿੱਚ ਉਹਨੂੰ ਪੂਰੇ ਸਾਲ ਦੀ ਇਨਕਮ ਕਿੰਨੀ ਸੀ? ਮਾੜਾ ਪੜੋਗੇ 3 ਕਰੋੜ 36 ਲੱਖ 78 ਹਜ਼ਾਰ ਐਵਰੇਜ ਕਿੰਨੇ ਲੱਖ ਰੁਪਏ ਮੰਥ ਹੋਇਆ ਇਹ? 28 ਲੱਖ ਰੁਪਏ ਹੋਏ 28 ਤੋਂ 30 ਲੱਖ ਰੁਪਇਆ ਮਹੀਨਾ। ਤੇ ਸਰ 28 ਤੋਂ 30 ਲੱਖ ਰੁਪਇਆ ਕਰਿਆ ਵੀ ਉਸ ਬੰਦੇ ਨੇ ਸਿਰਫ ਲੋਕਾਂ ਨੂੰ ਆਯੁਰਵੇਦ ਬਾਰੇ ਜਾਣਕਾਰੀ ਦਿੱਤੀ ਤੇ ਸਿਰਫ ਆਪਣੇ 5 ਇਹੋ ਜਿਹੇ ਦੋਸਤ ਲੱਭੇ ਜਿਨ੍ਹਾਂ ਦੇ ਘਰੇ ਸਿਰਫ 7-8 ਹਜ਼ਾਰ ਰੁਪਏ ਦਾ ਸਮਾਨ ਉਹ ਦਿੱਤਾ ਜਿਹੜਾ ਉਹਨੂੰ ਚਾਹੀਦਾ। ਹੋਰ ਕੁਝ ਕਰਿਆ ਯਾਰ? ਉਹ ਜੇ ਇੰਨਾ ਨਹੀਂ ਕਰ ਸਕਦੇ ਨਾ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ, ਲੋਕੀ ਦਾ 1 ਲੱਖ ਰੁਪਏ ਦਾ ਬੰਦਾ ਮਾਰ ਦਿੰਦੇ ਆ, ਕਰਦੇ ਕਿ ਨਹੀਂ ਕਰਦੇ? ਮਰਦੇ ਕਿ ਨਹੀਂ ਮਾਰ ਦਿੰਦੇ ਕਿਉਂ ਗੁਰੀ ਸਾਹਿਬ? ਸੇ ਚਾਹ ਪੱਤੀ ਨਹੀਂ ਵੇਚ ਸਕਦੇ ਯਾਰ ਆਪਾਂ। ਇੱਥੇ ਰਾਸ਼ਨ ਵਾਲਾ ਕਿਹੜਾ ਬੈਠਾ ਹੈ? ਕਰਿਆਨੇ ਵਾਲਾ ਕਿਹੜਾ ਬੈਠਾ ਹੈ? ਕੋਈ ਨਹੀਂ। ਕਰਿਆਨੇ ਵਾਲਾ ਬੈਠਾ, ਜਨਰਲ ਸਟੋਰ ਵਾਲਾ ਪੁੱਛੋ ਕਿਹੜਾ ਕਿਹੜਾ ਬੈਠਾ। ਜਨਰਲ ਸਟੋਰ ਵਾਲਾ ਬੈਠਾ ਕਿਹੜਾ ਬੈਠਾ? ਚਲੋ ਸਰ ਤੁਸੀਂ ਕੋਈ ਗੱਲ ਨਹੀਂ, ਆਪਾਂ ਇੱਕ ਆਪਣੇ ਕੋਲ ਸਾਰੇ ਤਰ੍ਹਾਂ ਦਾ ਸਮਾਨ ਹੈ। ਤੁਸੀਂ ਅੱਜ ਤੱਕ ਕਿੰਨੇ ਲੱਖਾਂ ਦਾ ਸਮਾਨ ਵੇਚਦਾ, ਕਿੰਨੇ ਕਰੋੜਾਂ ਦਾ ਸਮਾਨ ਵੇਚਦਾ? ਕਿ ਲੱਖ ਰੁਪਏ ਮਹੀਨਾ ਆਉਣਾ ਸ਼ੁਰੂ ਹੋ ਗਿਆ? ਨਹੀਂ ਯਾਰ, ਜੋ ਹੀ ਆਈਐਮਸੀ ਦਾ ਵੇਚਿਆ ਹੁੰਦਾ ਤਾਂ ਕਿਤੇ ਜ਼ਿੰਦਗੀ ਬਦਲ ਜਾਂਦੀ। ਪਰ ਕਦੇ ਸਮਾਨ ਵੇਚਣਾ ਨਹੀਂ, ਨਾਲ ਸਿਸਟਮ ਦੇਣਾ ਪਊਗਾ। ਆਪਾਂ 1 ਲੱਖ ਰੁਪਏ ਮਹੀਨਾ ਤਦ ਕਮਾਵਾਂਗੇ ਦੋਸਤ ਜਦੋਂ ਆਪਣੇ ਕੋਲ ਲੱਖਾਂ ਰੁਪਏ ਦਾ ਸਮਾਨ ਵਿਕੂਗਾ। ਲੱਖਾਂ ਰੁਪਏ ਦਾ ਸਮਾਨ ਸੀ ਦੋ ਹੱਥਾਂ ਨਾਲ ਨਹੀਂ ਵੇਚਿਆ ਸਕਦਾ। ਲੱਖਾਂ ਰੁਪਏ ਦਾ ਸਮਾਨ ਵੇਚਣ ਵਾਸਤੇ ਆਪਾਂ ਨੂੰ ਹੱਥ ਵੱਡੇ ਕਰਨੇ ਪੈਣਗੇ ਤੇ ਹੱਥ ਵੱਡੇ ਕਰਨ ਵਾਸਤੇ ਆਪਾਂ ਨੂੰ ਸਿਸਟਮ ਨਾਲ ਦਿੱਤਾ ਹੈ। ਜੇ ਸਿਸਟਮ ਦੇ ਨਾਲ ਵੇਚਾਂਗੇ ਅੱਜ ਪੈਸਿਫਿਕ ਇਨਕਮ ਕਮਾਓਗੇ ਜਿਵੇਂ ਮੈਂ ਕਮਾ ਰਿਹਾ। ਜੇ ਤੁਸੀਂ ਐਂ ਵੇਚਦੇ ਰਹੋਗੇ ਅੱਜ ਤੋਂ 5 ਸਾਲ ਬਾਅਦ ਵੀ ਤੁਸੀਂ ਇੱਥੇ ਹੋਵੋਗੇ, 10 ਸਾਲ ਬਾਅਦ ਵੀ ਇੱਥੇ ਹੋਵੋਗੇ, 20 ਸਾਲ ਬਾਅਦ ਵੀ ਇੱਥੇ ਹੋਵੋਗੇ। ਤੇ ਮੈਂ ਅੱਜ ਤੋਂ 3 ਸਾਲ ਪਹਿਲਾਂ ਕਿੱਥੇ ਸੀ, 1 ਸਾਲ ਪਹਿਲਾਂ ਕਿੱਥੇ ਸੀ, ਅੱਜ ਕਿੱਥੇ ਸੀ ਤੁਹਾਨੂੰ ਪਤਾ ਹੈ, ਸਾਨੂੰ ਪਤਾ ਹੈ। कोई शक है? थोड़ा आगे चल आज तो बिंदु चौधरी जिन्होंने मेरी लाइफ चेंज की थी, मेरे वास्ते परमात्मा है, मेरे वास्ते देवता है, इन्हें कोई जोधा काट नहीं। मैं दुकान से बैठा सी बिल्कुल अपनी होशो हवास कुछ नहीं कर रहा वेला सी। मेरे को चाह पीते पानी आए आज तो 2010 के इस बंदे ने आई इस बार दसिया। मैं जितने है तुम दसूंगा जो बंदा कितने है। 2011 का 10 साल रिकॉर्ड किया है। पिछले साल की 1 साल की इनकम कितनी आउंदी? 3 ਕਰੋੜ 4 ਲੱਖ 6070। एक कंपनी का डाटा जो कटा होया मेरा आ अजय मान सर 2010 ਤੋਂ बिजनेस स्टार्ट किया। 11 साल पिछले 1 साल की इनकम कितनी आउंदा दी? 2 करोड़ 1 साल की इनकम की गल कर रहे सर। वेद प्रकाश ओझा सिर्फ करियाने की दुकान से आउंदा सीगा। करियाने की इन्ने बिजनेस बदल गए, मेरे को इन्ने बिजनेस बदल गए सी। इस बंदे की जिंदगी किवें आई? मेरे वर्गा एक बंदा उनके कोल गया, तुलसी दी बोतल दे के आ गया। वो कहते सर इहनू पीण नाल जाड़ ते लाओगे जाड़ ठीक हो जाती है, सिर ते लाओगे सिर दर्द ठीक हो जाता है। क्योंकि उन्हें लैके रख ली, कोई ज़्यादा इंपोर्टेंस नहीं दी। उदों भी इन्हें कोई एक कस्टमर आया, वो कहने लग गया सर जाड़ दी कोई करियाने की दुकान तो सारा कुछ मिल जाता है, गोलियां भी मिल जाती, सारा कुछ मिल जाता है। कहता बहुत ज़्यादा दर्द हो रहा है, कोई जाड़ दर्द की गोली है। कहता यार गोली तो अज है नहीं, आ कोई शीशी दे गया कल परसों। कह रहे जाड़ तलाएं ठीक हो जाते हैं। रूह तो रखी जाड़ तलाती, 10 सेकंड में जो जाड़ दर्द गैप हो गया। वो कहते वाकई चीज़ बहुत काम मैं सेट रखी सी। उस दिन तो बाद उसने एक सैमीनार देखा तो 1वें महीने बाद उन्हें सारी दुकान बंद करती, दुकान बंद करती। अज उसकी 1 साल की इनकम 2021 कितनी है? 3 कुछ पाने के लिए कुछ करना पड़ेगा, कुछ पाने के लिए कुछ। ਇੱਥੇ ਕਿਸ ਨੂੰ ਠੱਗੀ ਮਾਰਨ ਦਾ ਰਾਹ ਨਹੀਂ ਦੱਸਿਆ ਜਾ ਰਿਹਾ, ਕਿਸ ਨੂੰ ਚੋਰੀ ਕਰਨ ਦਾ ਰਾਹ ਨਹੀਂ ਦੱਸਿਆ ਜਾ ਰਿਹਾ, ਬੰਦੇ ਮਾਰਨ ਦਾ ਰਾਹ ਨਹੀਂ ਦੱਸਿਆ ਜਾ ਰਿਹਾ। ਉਹ ਚੀਜ਼ਾਂ ਜਿਹੜੀਆਂ ਤੁਸੀਂ ਘਰੇ ਵਰਤ ਰਹੇ ਹੋ ਉਹ ਵੀ ਬੈਸਟ ਕੁਆਲਿਟੀ ਦੀਆਂ ਚੀਜ਼ਾਂ ਹੈ, ਤੇ ਉਹ ਵੀ ਰੀਜ਼ਨੇਬਲ ਰੇਟ ਦੀਆਂ ਚੀਜ਼ਾਂ ਹੈ। ਜੇ ਤੁਸੀਂ ਹਜੇ ਇਹਨਾਂ ਨੂੰ ਪ੍ਰਮੋਟ ਨਹੀਂ ਕਰ ਸਕਦੇ, ਇਹ ਵੇਚਣੀਆਂ ਨਹੀਂ ਹੈ, ਇਹ ਕੀ ਕਰਨੀਆਂ? ਸਿਰਫ ਪ੍ਰਮੋਟ ਕਰਨੀਆਂ ਹੈ। यूज कर तो सिर्फ सेविंग होगी सर, प्रमोट करना लाइफ चेंज होगी। यही फर्क है। तुम सिर्फ यूज कर रहे हो, प्रमोट करने लगोगे ना फिर पैसा होगा। यूज करना तो सेविंग होगी ना, तो सारी उम्र करते रहोगे, कितने पैसे कमा लोगे। कंसेप्ट यूज करना तो है लेकिन प्रमोट करना। सर ये बंदा अखबार बेचता सी, अखबार
संजय कुमार साहू ਤੁਸੀਂ सर्च मारो सिर्फ अखबार बेचने वाला बंदा जे 8 ਸਾਲਾਂ ਦੇ ਵਿੱਚ 1 ਸਾਲ ਦੀ 2 ਕਰੋੜ ਰੁਪਏ ਦੀ ਇਨਕਮ ਕਮਾ ਸਕਦਾ ਹੈ, ਜੇ 50-60 ਲੱਖ ਰੁਪਏ ਦੀ ਗੱਡੀ ਤੇ ਘੁੰਮ ਸਕਦਾ ਹੈ, 1.5 ਕਰੋੜ ਰੁਪਏ ਦੇ ਫਲੈਟ ਤੇ ਰਹਿ ਸਕਦਾ ਹੈ। ਇਹ ਵੀ ਇੱਕ ਬੰਦਾ ਹੈ, ਇਨਸਾਨ ਹੈ, 2 ਲੱਤਾਂ, 2 ਬਾਹਾਂ, 1 ਦਿਮਾਗ, 1 ਦਿਲ, 2 ਅੱਖਾਂ, ਉਹ ਸਾਰਾ ਕੁਝ ਹੈ ਜੋ ਆਪਣੇ ਕੋਲ ਹੈ। ਇਹ ਪ੍ਰਦੀਪ ਮਿਸ਼ਰਾ ਜੀ, ਇਹ ਦੋਨਾਂ ਭਰਾਵਾਂ ਨੇ ਬਿਜ਼ਨਸ ਸ਼ੁਰੂ ਕੀਤਾ ਸੀਗਾ। ਇਹ ਦੋਨੇ ਭਰਾ ਨੇ ਡਟ ਕੇ ਕੰਮ ਕੀਤਾ। 10 ਸਾਲਾਂ ਦੇ ਵਿੱਚ ਦੋਨਾਂ ਦੀ ਇਨਕਮ ਕਿੱਥੇ ਪਹੁੰਚ ਗਈ? 2.25 ਕਰੋੜ ਰੁਪਏ ਦੇ ਲਗਭਗ। ਇਹ ਬੰਦਾ ਕੌਣ ਹੈ? ਇਹਦੇ ਬਾਰੇ ਜਾਣਦਾ ਕੋਈ? ਹੈਲੋ, ਕੌਣ ਹੈ? ਮਨੋਜ ਕੁਮਾਰ ਜੀ। ਇਹ ਜਰਾਬਾਂ ਤੇ ਰੁਮਾਲ ਵੇਚਦਾ, ਰੇਲ ਗੱਡੀ ਜਰਾਬਾਂ ਤੇ ਰੁਮਾਲ ਵੇਚਦਾ ਸੀ ਟ੍ਰੇਨ 'ਚ ਐ ਛੱਲਾ ਪਾ ਕੇ ਟ੍ਰੇਨ ਨੇਲ ਕਟਰ ਪੂਰੇ ਟ੍ਰੇਨ ਦੇ ਵਿੱਚ ਤੁਰਿਆ ਫਿਰਦਾ, ਜਰਾਬਾਂ ਤੇ ਰੁਮਾਲ ਵੇਚਦਾ ਸੀ। ਜੇ ਇਹ ਬੰਦਾ ਅੱਜ ਜ਼ਿੰਦਗੀ ਦੇ ਵਿੱਚ 1 ਸਾਲ ਦੇ ਵਿੱਚ 1.25 ਕਰੋੜ ਰੁਪਏ ਕਮਾ ਸਕਦਾ ਹੈ ਤਾਂ ਦੋਸਤੋ ਥੋੜਾ ਜਿਹਾ ਸੋਚਣ ਦੀ ਲੋੜ ਹੈ। ਆਪਾਂ ਨੂੰ ਇੰਨਾ ਕੁ ਪਾਣੀ ਮਿਲ ਜੇ, ਇੰਨਾ ਕਿ ਨੱਕ ਹੁੰਦਾ ਹੈ, ਉਹਦੇ ਵਿੱਚ ਡੁਬੋ ਦਿਓ ਤੇ ਵਧੀਆ ਕੰਮ ਹੋਣਾ। ਇਹ ਸਾਰੇ ਬੰਦੇ ਜਿਹੜੇ ਕਿ 1 ਸਾਲ ਦੇ ਵਿੱਚ 2-2 ਕਰੋੜ ਰੁਪਇਆ ਕਮਾਉਂਦੇ ਆ, ਜੋ ਇਹ ਬਹੁਤ ਵੱਡੀ ਫਿਕਰ ਹੋ ਗਈ। ਸ਼ਾਇਦ ਥੋੜੀ ਇਹ ਸਮਝ ਜੋ ਇਹ ਚੀਜ਼ਾਂ ਬਾਹਰ ਹੋ ਗਈਆਂ। ਆਜੋ ਥੋੜਾ ਅੱਗੇ ਚੱਲਦੇ ਆਪਾਂ। ਇਹ ਲੱਖਪਤੀ ਕਲੱਬ 2019-20 ਦੇ ਵਿੱਚ ਕੰਪਨੀ ਨੇ ਲੱਖ ਮਿਲੀਅਨ ਕਲੱਬ ਕੱਢਿਆ ਸੀ, ਜਿਹਦੇ ਵਿੱਚ ਲੋਕੀ 10 ਲੱਖ ਤੋਂ ਉੱਤੇ ਜ਼ਿਆਦਾ ਕਮਾਉਣ ਵਾਲੇ ਇਹੋ ਜਿਹੇ ਬੰਦੇ ਆ। ਇਹੋ ਜਿਹੇ ਬਹੁਤ ਸਾਰੇ ਬੰਦੇ ਕੰਪਨੀ ਦੀ ਲਿਸਟ ਵਿੱਚ ਹੈ ਜਿਹੜੇ ਆਪਦਾ ਇੱਕ ਮਿੰਟ ਪਿੱਛੇ 2019 ਵਿੱਚ। ਅੱਛਾ, ਮੇਰਾ ਵੀ ਨਾਮ ਆਇਆ? ਹਾਂਜੀ, 18 ਨੰਬਰ ਤੇ ਤੁਹਾਡਾ ਹੀ ਨਾਮ ਹੈ ਜੀ। ਅੱਛਾ ਠੀਕ ਹੈ। 18 ਨੰਬਰ ਤੇ ਮਨੀਸ਼ ਕੁਮਾਰ ਪੰਜਾਬ ਤੋਂ। ਜਿਹੜੀ ਮੇਰੀ ਇਨਕਮ ਸੀ 2019-20 ਦੇ ਵਿੱਚ ਕੰਪਨੀ ਡਾਟਾ ਦੇ ਮੁਤਾਬਿਕ ਐਵਰੇਜ 35 ਲੱਖ ਰੁਪਏ 1 ਸਾਲ ਦਾ ਮੈਂ ਕਮਾਇਆ। ਐਵਰੇਜ ਕਿੰਨਾ ਹੋ ਗਿਆ? 3 ਲੱਖ ਰੁਪਏ। ਮੈਂ ਕੀ ਕਰ ਰਿਹਾ ਸੀ ਸਰ? ਹੈਲੋ, ਕੀ ਕਰ ਰਿਹਾ ਸੀ ਮੈਂ? ਚਾਹ ਪੱਤੀ ਦੀ ਕੁਆਲਿਟੀ ਲੋਕਾਂ ਨੂੰ ਦੱਸੀ, ਰੀਜ਼ਨੇਬਲ ਰੇਟ ਦੀ। ਇਹ ਕੋਈ 1000 ਰੁਪਏ ਕਿਲੋ ਦੀ ਚਾਹ ਪੱਤੀ ਹੈ ਯਾਰ। ਚਾਹ ਪੱਤੀ ਕਿੱਥੇ ਹੈ? ਇਹਦਾ ਫਾਇਦਾ ਦੱਸ ਸਕਦਾ ਮੈਨੂੰ? ਮੈਂ ਦੱਸਾਂਗਾ ਜੀ। ਹਾਂ। ਮੰਮਾ ਦਾ ਕੋਲੇਸਟ੍ਰੋਲ ਵੱਧਦਾ ਸੀ, ਬੀਪੀ ਵੱਧਦਾ ਸੀਗਾ, ਠੀਕ ਹੈ, ਤੇ ਮੰਮਾ ਦਾ ਸ਼ੂਗਰ ਲੈਵਲ ਅਪ ਸੀਗਾ, ਅਪ ਰਹਿੰਦਾ ਸੀਗਾ, ਕਦੇ ਘਟ ਜਾਂਦਾ, ਕਦੇ ਵੱਧ ਹੋ ਜਾਂਦਾ ਸੀ। ਸਾਡੇ ਘਰੇ ਅੱਜ ਤੋਂ ਲਾਸਟ 3 ਮਹੀਨੇ ਤੋਂ ਇਹ ਚਾਹ ਪੱਤੀ ਚੱਲ ਰਹੀ ਹੈ। ਮੰਮਾ ਨੂੰ ਨਾ ਤਾਂ ਕੋਈ ਬੀਪੀ ਦੀ ਪ੍ਰੋਬਲਮ ਹੈ, ਨਾ ਕੋਈ ਸ਼ੂਗਰ ਦੀ ਪ੍ਰੋਬਲਮ ਹੈ, ਨਾ ਕੋਈ ਕੋਲੇਸਟ੍ਰੋਲ ਦੀ ਪ੍ਰੋਬਲਮ ਹੈ। ਮਤਲਬ ਅੱਜ ਤੱਕ ਜਿੰਨੇ ਵੀ ਡਾਕਟਰ ਨੇ ਦਿਖਾਇਆ ਉਹਨੇ ਇੱਕ ਗੋਲੀ ਲਾਈ ਹੈ। ਕਿੰਨਾ ਤੁਹਾਨੂੰ ਪਰਮਾਨੈਂਟ ਗੋਲੀ ਖਾਣੀ ਪਊਗੀ ਬੀਪੀ ਦੀ, ਕੋਲੇਸਟ੍ਰੋਲ ਦੀ, ਠੀਕ ਹੈ। ਕਿਸੇ ਮੰਮਾ ਸਟ੍ਰੈਸ ਇੰਨਾ ਲੈਂਦੇ ਸੀ, ਠੀਕ ਹੈ। ਚਾਹ ਪੀਣ ਤੋਂ ਬਾਅਦ ਮੰਮਾ ਇੰਨਾ ਕਿ ਰਿਲੈਕਸ ਫੀਲ ਕਰਦੇ। ਘਰੇ ਕੋਈ ਵੀ ਆਉਂਦਾ ਹੈ, ਅੱਜ ਸਾਡੇ ਆਂਢ ਗੁਆਂਢ ਦੇ ਵਿੱਚ ਵੀ ਸਾਨੂੰ ਲੋਕੀ ਕਹਿੰਦੇ ਨੇ ਵੀ ਯਾਰ ਕਿਲੋ ਚਾਹ ਪੱਤੀ ਮਿਲਦੇ। ਬਾਂਦਰੇਟਾਂ ਦਾ ਪਿੰਡ ਹੈਗਾ, ਮੇਰਾ ਦੋਸਤ ਹੈ, ਉਹਨਾਂ ਦੇ ਘਰੇ ਚਾਹ ਪੱਤੀ ਗਈ ਹੈ। ਤੇ ਤੁਸੀਂ ਇਹ ਵੇਖ ਲਓ, ਉਹਨਾਂ ਦੇ ਘਰੇ ਜੁਆਇੰਟ ਫੈਮਿਲੀ ਹੈ, ਮਹੀਨੇ ਦੇ ਵਿੱਚ 2-2 3-3 ਕਿਲੋ ਚਾਹ ਪੱਤੀ ਉਹਨਾਂ ਦੇ ਘਰੇ ਜਾਂਦੀ ਹੈ ਮੇਰੀ, ਠੀਕ ਹੈ ਜੀ। ਉਸ ਤੋਂ ਬਾਅਦ 'ਚ ਉਹਦੇ ਨਾ ਸਕਿਨ 'ਤੇ ਬਹੁਤ ਦਾਗ ਸੀਗੇ, ਡਾਰਕ ਸਰਕਲ ਬਹੁਤ ਸੀਗੇ। ਐਲੋਵੇਰਾ ਜੂਸ ਐਂਡ ਹਿਮਾਲਯਨ ਬੈਰੀ ਜੂਸ ਨੇ ਉਹਨੂੰ ਇੰਨਾ ਕੁ ਇਫੈਕਟਿਵ ਕੀਤਾ, ਉਹਦਾ ਕਲਰ ਵੀ ਫੇਅਰ ਹੋ ਗਿਆ, ਠੀਕ ਹੈ, ਦਾਗ ਚੱਕੇ ਗਏ। ਉਹਦੀ ਮੰਮਾ ਦੀ ਬੀਪੀ ਦੀ ਪ੍ਰੋਬਲਮ ਸੀਗੀ, ਉਹਨਾਂ ਨੇ ਐਲੋਵੇਰਾ ਜੂਸ ਨਾਲ ਬਿਲਕੁਲ ਸਹੀ ਕਰਤੀ। ਯਾਰੋ 3 ਲੱਖ ਰੁਪਇਆ ਮਹੀਨਾ। ਹੈਲੋ, ਹੁਣ ਜੇ ਤੁਸੀਂ ਕਹੋ ਵੀ ਪਰਮਾਤਮਾ ਮੈਨੂੰ ਕਿਦੋਂ ਦੇਊਗਾ, ਉਹ ਬੈਠ ਕੇ ਸੋਚੀ ਜਾਇਆ ਜੇ, ਇਹ ਸੋਚਿਆ ਜੇ ਆਊਗਾ ਕਿੱਦਾਂ, ਬਸ ਹੋਰ ਕੁਛ ਨਾ ਕਰਿਆ। ਇਹ ਬਹੁਤ ਸਾਰੇ ਲੋਕ ਹੈ ਜਿਹੜੇ ਕਿ ਮੇਰਾ 19 ਨੰਬਰ ਤੇ ਹੈ। ਮੈਂ ਉਸ ਸਤਿਗੁਰੂ ਦਾ, ਦੀਨ ਦਿਆਲ ਦਾ, ਜਗਤ ਜਨਨੀ ਮਾਂ ਦਾ ਬਹੁਤ ਸ਼ੁਕਰ ਕਰਦਾ ਹਾਂ ਵੀ ਮੈਨੂੰ ਇਸ ਕਨਸੈਪਟ ਦਿੱਤਾ। ਮੈਨੂੰ ਜ਼ਿਆਦਾ ਪੜ੍ਹਾਇਆ ਲਿਖਾਇਆ ਨਹੀਂ, ਕਿਉਂਕਿ ਜ਼ਿਆਦਾ ਪੜ੍ਹਾਈ ਲਿਖਾਈ ਵਾਲੇ ਬੰਦੇ ਜ਼ਿਆਦਾ ਦਿਮਾਗ ਵੜਾਉਂਦੇ ਆ, ਜ਼ਿਆਦਾ ਦਿਮਾਗ ਵੜਾਉਣ ਵਾਲੇ ਬੰਦੇ ਜ਼ਿਆਦਾ ਕੁਛ ਕਰ ਜ਼ਿੰਦਗੀ 'ਚ ਨਹੀਂ ਪਾਉਂਦੇ। ਸੋ ਇਹੋ ਜਿਹੇ ਬਹੁਤ ਸਾਰੇ ਲੋਕ ਹੈ। ਇਸ ਤੋਂ ਇਲਾਵਾ ਜੇ ਮੈਂ ਥੋੜਾ ਜਿਹਾ ਅਗਾਂਹ ਚੱਲਾਂ, ਲੱਖਪਤੀ ਕਲੱਬ ਦੇ ਵਿੱਚ ਵੀ 1270 ਐਸੇ ਬੰਦੇ ਹੈ ਜਿਹੜੇ ਕਿ 1 ਲੱਖ ਰੁਪਏ ਤੋਂ ਉੱਪਰ ਮਹੀਨੇ ਦੀ ਇਨਕਮ ਕਮਾਉਂਦੇ ਹਨ। ਮੈਂ ਤੁਹਾਨੂੰ ਇਹ ਫਿਗਰ ਤਾਂ ਦਿਖਾਉਣੀ ਚਾਹੁੰਦਾ ਹੈ ਵੀ ਕੱਲਾ ਸਿਰਫ ਮੈਂ ਹੀ ਨਹੀਂ ਹੈ, ਪੂਰੇ ਹਿੰਦੁਸਤਾਨ ਵਿੱਚ ਬਹੁਤ ਐਸੇ ਲੋਕ ਹੈ ਜਿਹੜੇ ਕਿ। ਫਿਰ ਸੈਮੀਨਾਰ ਵਿੱਚ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਵੀ ਸਿਰਫ ਤੁਸੀਂ ਹੀ ਨਹੀਂ ਬੈਠੇ, ਲੱਖਾਂ ਲੋਕ, ਕਰੋੜਾਂ ਲੋਕ ਜਿਹੜੇ ਇਸ ਟਾਈਮ ਲਗਭਗ 130 ਕਰੋੜ ਲੋਕ IMC ਪਰਿਵਾਰ ਬਣ ਚੁੱਕੇ ਹੈ। 130 ਜੋ ਕਿ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਰਹੇ ਹੈ, ਆਪਣੀ ਜ਼ਿੰਦਗੀ ਨੂੰ ਨਿਰੋਗ ਕਰ ਰਹੇ ਹੈ, ਲੋਕਾਂ ਨੂੰ ਇਸ ਸਿਸਟਮ ਦਾ ਪ੍ਰਚਾਰ ਕਰ ਰਹੇ ਹੈ। ਇਹ ਦਿੱਲੀ ਦੇ ਵਿੱਚ ਮੈਗਾ ਸੈਮੀਨਾਰ ਦੀ ਫੋਟੋ ਹੈ। ਆਹ ਤੁਸੀਂ ਦੇਖੋ ਵੀ ਕਿਸ ਜਗ੍ਹਾ ਤੇ ਬਿਹਾਰ ਦੇ ਉੱਤੇ ਸਾਨੂੰ ਹਾਲ ਹੀ ਨਹੀਂ ਏਡਾ ਮਿਲ ਪਾਇਆ ਵੀ ਅਸੀਂ ਉੱਥੇ ਲੋਕਾਂ ਦਾ ਰਸ਼ ਕਰ ਪਾਈਏ, ਤਾਂ ਸਾਨੂੰ ਓਪਨਲੀ ਇਹ ਸੈਮੀਨਾਰ ਕਰਨਾ ਪਿਆ। ਸੋ ਇਹ ਕੰਪਨੀ ਦੇ ਵਿੱਚ ਆ ਦੇਖੋ, ਆ ਮਨੋਜ ਕੁਮਾਰ ਉਹ ਵੀ ਖੜਾ ਟ੍ਰੇਨ 'ਚ ਰੁਮਾਲ ਵੇਚਣ ਵਾਲਾ, ਇਹਦੇ ਸੰਜੇ ਸਾਹੂ ਵੀ ਖੜਾ ਹੋਊਗਾ ਇੱਥੇ। ਸੰਜੇ ਉਹ ਖੜੇ ਸਰ ਲੈਫਟ ਸਾਈਡ ਆ ਸੀ। ਹਾਂ, ਸੰਜੇ ਸਾਹੂ ਜਿਹੜਾ ਅਖਬਾਰ ਵੇਚਦਾ ਸੀਗਾ, ਇਹ ਉਹੀ ਬੰਦਾ ਜਿਨ੍ਹਾਂ ਦੇ ਮੈਂ ਤੁਹਾਨੂੰ ਸਾਰਿਆਂ ਨੂੰ ਪਿਆਉ ਦਿਖਾਏ। ਉਹ ਸਾਰੇ ਬੰਦੇ ਆ ਇਹ। ਦੇਖੋ ਰਸ਼ ਦੇਖੋ, ਹੈ ਨਾ। ਇੱਕ ਵਾਰ IMC ਅਸੀਂ ਫਿਰ ਤਾੜੀਆਂ ਮਾਰੇਗਾ। ਫਿਰ ਉਸ ਤੋਂ
बाद घूमन फिरन वास्ते खुशहाल जिंदगी तो मतलब की है, खुशहाल जिंदगी तो मतलब है भी थोड़ा जिंदगी च रोग भी ना रहे तो थोड़ी जिंदगी दे विच जेब च पैसा भी होना चाहिए है। तो फिर घूमन फिर कंपनी हर साल एक सानू फॉरेन टूर देती है, वो भी जो बंदा अच्छा एक्टिवली साथ में परफॉर्म करता है। देखो सिंगापुर, थाईलैंड, हांगकांग, ये भी एक जिंदगी का सपना है, क्योंकि बहुत सारे लोगों का भी सपना होता है मलेशिया। तो दोस्तों लास्ट के उत्ते तुहानू मैनू ऐसे सारे जब जानते हैं, मैं शॉर्ट में अपने बारे दसना चाहूँगा भी हो सकता तुहानू ये सारी गल्लां बहुत ऐ लगियां होण भी शायद ये चीज़ां पॉसिबल नहीं हैगियां। ऐ लगा किसी नहीं पॉसिबल तो है पर कुछ करना पड़ेगा, है ना। ਤੁਸੀਂ ਮੈਨੂੰ ਸਾਰੇ ਜਾਣਦੇ ਹੋ ਕਿ ਮੇਰੇ ਪਾਪਾ ਦੀ ਦੁਕਾਨ ਸੀ ਯਾਰ। ਤੁਸੀਂ ਤੁਹਾਡੇ ਵਾਸਤੇ ਤਾਂ ਸਭ ਤੋਂ ਵੱਡਾ ਪ੍ਰੂਫ ਹੈ ਕਿ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡਾ ਇੱਕ ਐਸਾ ਵੀਰ ਬੈਠਾ ਹੈ, ਤੁਹਾਡਾ ਭਰਾ ਬੈਠਾ ਹੈ ਜਿਹਨੇ ਇਸ ਨੂੰ ਪੋਸੀਬਲ ਜੇ ਮੇਰੀ ਡੈਡੀ ਦੀ ਦੁਕਾਨ ਦੇ ਉੱਤੇ ਜੇ ਮੈਂ ਇਸੇ ਦੁਕਾਨ ਤੇ ਬੈਠ ਜਾਂਦਾ ਤੇ ਮੇਰੀ ਜ਼ਿੰਦਗੀ ਅੱਜ ਉੱਥੇ ਹੀ ਹੁੰਦੀ। ਉਸੇ ਦੁਕਾਨ ਤੇ ਬੈਠਾ ਹੁੰਦਾ, ਉਵੇਂ ਮੈਂ ਇੱਕ ਬਨੈਨ ਤੇ ਪਜਾਮਾ ਪਾ ਕੇ ਉਵੇਂ ਹੀ ਉੱਥੇ ਬੈਠਾ ਹੁੰਦਾ, ਸ਼ਾਇਦ ਇਸ ਦੁਕਾਨ ਨੂੰ ਥੋੜਾ ਬਹੁਤ ਢੰਗ ਦੀ ਕਰ ਪਾਉਂਦਾ, ਇਸ ਤੋਂ ਜ਼ਿਆਦਾ ਵੱਡਾ ਕੁਝ ਵੀ ਨਾ ਕਰ ਪਾਉਂਦਾ। ਲੇਕਿਨ ਉਸ ਦੁਕਾਨ ਤੋਂ ਬਾਅਦ ਮੈਂ ਜ਼ਿੰਦਗੀ ਦੇ ਬਹੁਤ ਸਾਰੇ ਬਿਜ਼ਨਸ ਬਦਲੇ। मेरी शुरू तो इच्छा सी मैं जिंदगी के बहुत सारा कुछ करा, अपनी जिंदगी में बिजनेस बदलता मैं 6.5 लाख रुपए का बल्कि कर्जाई हो गया, ना कि मैं अमीर बन पाया। मैं मार्केट के पैसे देने ही रहे, लेकिन उस तो बाद मैं डिसीजन लिया। देखो इतो देखो सब तो बड़ा प्रूफ ये मेरी मंगनी वाले दिन की फोटो है भी मैं अपनी मंगनी वाले दिन भी शर्ट भी मंगमी पा के गया, यानी कि मेरे को उस दिन भी आपकी शर्ट लेन जो कि पैसे नहीं सी। आरके मेडिकल स्टोर नवे बस स्टैंड के उत्ते रवीन कुमार ये उसकी शर्ट पा के गया ਸੀ, ਉਹਨੇ नवी खरीदी सी। मैं क्या पर वो शेप तो ਵੱਡਾ ਸੀ मेरे को, मैं तो हिसाब नहीं लाया, वो अनपढ़ ज़्यादा पढ़े लिखे होंगे नहीं असी। जब मैं उसकी शर्ट पा के गया सी, मैं क्या तो नवी शर्ट लीती दे तो मैं मंगनी वाले दिन भी यार दोस्त की शर्ट पा के गया सी। ये हाल सी मेरे उदों। बेतों अंदाजा लगा सकते हो कि मेरे को की होंदा सी। आज सतगुरु की कृपा के नाल अच्छा सारे काम करे, एसटीडी पीजो, एचडीएफसी लाइफ, कोविड की मशीन तो मैंने याद आ गया। नवा कोविड की मशीन असीं लैके आती, साडे ना दुकान ते मुंडा काम कराउण, वो दुकान का मुंडा नहीं, कोविड मशीन मुंडे वखरे आते हैं। वो 300 रुपया सानू मशीन का मिलना, 150 रुपया उन्हें लै जाना तो 150 रुपया साडे कोल साडी मशीन ते उन्हें चलाया। इन्ना ते दिन हुंदा मैं दुकान ते नवा आना शुरू किया ते नाल मैं उन्हें जाना शुरू करता। मैं सारा देखा मेरे मैं तुसीं मैनूं कोविड मशीन च उन्हें देखा जाना शुरू करते। जिहड़ी गल तुहानूं मैं मेन दसनी चाहना है, उस दुकान जाते जाते मैनूं एक दिन मैं कहा डैडी नूं कहा यार मैं हुण मशीन चला। डैडी कहते ठीक है, छोटा जिहा फंक्शन है ब्याह का तो तू आया 70-80 बंदियां दा, तू चला गया। मैं कहा ठीक है, मैं बड़े शौक नाल गया, मशीन रखी, गरम गुरम कर लिया तो उदों दुध पवाउण वाला आ गया भी दुध पवाना, दुध पवाउण वाला आ गया। मैं कहा भांडा तो दे के नहीं गए कोई। मैं फटाफट किचन च गया, मैं कहा यार भी भांडा दो, मैं दुध पवाउणा है। वो कहते भी जा स्टोर तो चक लिया। मैं स्टोर च गया, उत्ते पतीले बड़े बड़े पे गंदे। मैं कहा भी इनू धवाओ। कहता वो भी आवा कौन है? मैं कहा जी मैं। कहता तो कौन? बाबा नहीं आवा, तू ही धोएगा इनू। कहते मैं एडा वड्डा पतीला चकिया, उत्थे लै गया जिथे भांडे धोते जाते हैं, तो एडे वड्डे पतीले च बैठे मैं धोई जाना है, तो धो के फिर मैं दुध पवाया। यानी कि जिंदगी के सारे काम मैं करे आ दोस्तों जिहड़े तुसीं हजे तक काम सोचे नहीं। मतलब कि ये सारी चीज़ों तो बाद जो मैं इस सिस्टम तो करन तो बाद फिर मैं 2013 तो बाद भी मैं IMC नूं साइलेंट कर गया सी, क्योंकि मैं मार्केट का 6.5 लाख रुपए देना सी। मैनूं आए लगा भी ईजी नहीं रखूगा। ताया जी मेरे प्रॉपर्टी च बहुत सारा पैसा कमा रहे सी, उन्होंने देख के मैं प्रॉपर्टी च पै गया। 4 साल मैं प्रॉपर्टी चो ठीक है कर्जे कटे, जिंदगी थोड़ी ईजी की थी, लेकिन मैं अमीर नहीं बन पाया। 2017 के देखा भी बहुत सारे लोग सी मेरे जिंदगी च बहुत सारे कामयाब हो चुके हैं, बहुत सारे पैसे कमा चुके हैं। मैं फिर एक सैमीनार में अटेंड किया, उस सैमीनार के जाके जो मैंने होश आई तो फिर मैं 2017 तो मैं डिसीजन लिया दोस्तों, फिर पिछे नहीं हटिया। 31 दिसंबर मैं फैब 2017 तो IMC स्टार्ट की थी। 31 दिसंबर 2017 ਦੇ ਵਿੱਚ ਮੈਂ ਕੰਪਨੀ ਦੇ ਵਿੱਚ ਕੀ ਬਣ ਗਿਆ ਸੀ। ਉਦੋਂ ਵੀ ਮੈਨੂੰ 8 ਮਹੀਨੇ ਲੱਗੇ, ਜਦੋਂ 8 ਵੇਗਾ ਹੁੰਦੀਆਂ ਸੀ, ਹੁਣ ਤਾਂ 5 ਹੀ ਵੇਗਾਂ ਦਾ ਪਲਾਨ ਹੈ। ਤਾਂ ਸਿਰਫ ਤੁਹਾਨੂੰ ਮੈਂ 3 ਮਹੀਨਿਆਂ ਦੇ ਵਿੱਚ ਹੀ IMC ਦੇ ਵਿੱਚ ਚੇਅਰਮੈਨ ਬਣਨ ਦਾ ਰਾਹ ਦੱਸਦਾ। ਰਾਈਟ, ਹੁਣ ਕਰਨਾ ਤਾਂ ਕੁਝ ਤਾਂ ਪਊਗਾ ਨਾ ਯਾਰ। 13 ਮਾਰਚ 2018 ਦੇ ਵਿੱਚ ਮੈਂ ਨਵੀਂ ਬ੍ਰੈਂਡ ਨਿਊ ਬਰੀਜ਼ਾ ਗੱਡੀ ਲੈ ਕੇ ਆਂਦੀ ਹੈ ਨਾ। ਇੱਕ ਵੀ ਤਾੜੀਆਂ ਨਾਲ ये जिंदगी के बदलिया। तो मैं दस रहा भी वो बंदे है ठीक है, उन्होंने प्यार देखा थोड़े सामने थोड़ा वीर खड़ा। उस तो बाद फिर फैब 2020 ਦੇ ਵਿੱਚ मैं कंपनी चेयरमैन तो थोड़ा अगला लैवल ਹੁੰਦਾ मैसेज स्टार इस लैवल ਨੂੰ ਅਚੀਵ ਕੀਤਾ। उस तो बाद 7 दिसंबर 2020 परचेज ब्रांड न्यू MG हेक्टर।
ये पैसे ना आए यार, वो किसी ने गिफ्ट गुफ्ट नहीं दी, पैसे कमाए किस चों कमाए? ਤੇ ਇਹ ਡੇਟ ਕਿਹੜੀ ਹੈ? 7 ਦਸੰਬਰ 2020 ਜਦੋਂ ਕਰੋਨਾ ਹਜੇ ਚੱਲ ਰਿਹਾ ਸੀ। ਕਰੋਨਾ ਆਇਆ ਕਿਦੋਂ ਸੀ? ਮਾਰਚ ਵਿੱਚ 7-8 ਮਹੀਨੇ ਸਭ ਨੇ ਉਦੋਂ ਮੁੜ ਕੇ ਥੋੜਾ ਥੋੜਾ ਨਿਕਲਣਾ ਬਾਹਰ ਸ਼ੁਰੂ ਹੋਏ ਸੀ। ਲੋਕੀ ਤਾਂ ਇਹ ਨਿਕਲਣਾ ਸ਼ੁਰੂ ਬਾਹਰ ਹੋਏ 2 ਰੁਪਏ ਕਮਾਈਏ ਕਿਵੇਂ, ਤੇ ਮੈਂ ਬਾਹਰ ਨਿਕਲਿਆ ਫਟਾਫਟ ਗੱਡੀ ਲੈ ਕੇ ਆ ਗਿਆ। ਮੈਨੂੰ ਸੀ ਵੀ ਮੈਂ ਲਾਵਾਂ ਕਿਵੇਂ, ਉਹ ਕਹਿੰਦੇ ਕਮਾਵਾਂ ਕਿਵੇਂ। ਫਰਕ ਹੈ ਨਾ ਥੋੜਾ ਜਿਹਾ। ਫਰਕ ਕਿਸ ਕਰਕੇ ਸੀ ਵੀ ਮੈਂ ਆਈਐਮਸੀ ਦੇ ਪ੍ਰੋਡਕਟ ਯੂਜ਼ ਕਰਨ ਨਾਲ ਇਹਨੂੰ ਕੀ ਕਰ ਰਿਹਾ ਸੀ? ਪ੍ਰਮੋਟ ਕਰ ਰਿਹਾ ਸੀ। ਤੁਹਾਡੇ ਤੇ ਮੇਰੇ 'ਚ ਫਰਕ ਹੈ ਨਾ, ਤੁਸੀਂ ਸਿਰਫ ਇਹਨੂੰ ਕੀ ਕਰ ਰਹੇ ਹੋ? ਫਰਕ ਸਮਝ ਆ ਰਹੀ ਹੈ? 7 ਦਸੰਬਰ 2020 ਫਿਰ 1 ਫਰਵਰੀ 2021 ਦੇ ਵਿੱਚ ਮੈਂ ਕੰਪਨੀ 'ਚ ਕਰਾਊਨ ਐਂਬੈਸਡਰ ਬਣਿਆ। ਤੇ ਇਸ ਤੋਂ ਇਲਾਵਾ ਮੈਂ ਸਮਝਦਾ ਜ਼ਿੰਦਗੀ ਦੇ ਵਿੱਚ ਹਰ ਬੰਦੇ ਦੇ 4 ਸੁਪਨੇ ਹੁੰਦੇ ਆ। ਕੀ ਹੁੰਦੇ ਸਰ, ਦੱਸ ਸਕਦੇ ਹੋ? ਕਿਹੜੇ ਕੀ ਸੁਪਨੇ ਕੀ ਹੋਣੇ ਚਾਹੀਦੇ ਬੰਦੇ ਕੋ? ਕੀ ਇੱਕ ਆਮ ਕੀ ਹੋਣਾ ਚਾਹੀਦਾ ਬੰਦੇ ਕੋ? ਸਿਹਤ ਹੋਵੇ, ਪੈਸਾ ਹੋਵੇ ਤੇ ਉਹਨੂੰ ਖਰਚਣ ਵਾਸਤੇ ਟਾਈਮ ਹੋਵੇ। ਇਹ ਵੀ ਠੀਕ ਹੈ। ਅੱਛੀ ਇਨਕਮ, ਅੱਛੀ ਗੱਡੀ, ਪ੍ਰੈਕਟਿਕਲੀ ਗੱਲ ਕਰੋ। ਅੱਛੀ ਇਨਕਮ, ਅੱਛੀ ਗੱਡੀ ਤੇ ਅੱਛਾ ਮਕਾਨ ਤੇ ਘੁੰਮਣ ਫਿਰਨ ਵਾਸਤੇ ਪੈਸਾ। ਇਸ ਤੋਂ ਇਲਾਵਾ ਕੁਝ ਚਾਹੀਦਾ? ਖਤਮ ਜ਼ਿੰਦਗੀ। ਉਹ 4 ਚੀਜ਼ਾਂ ਮੈਂ 4 ਸਾਲਾਂ 'ਚ ਪਾ ਲਈਆਂ। ਤੁਸੀਂ ਕਿਹੜੇ ਸਾਲ 'ਚ ਪਾਉਂਗੇ ਸਰ, ਦੱਸਿਆ ਜੀ। ਕੀ ਕਰ ਰਹੇ ਹੋ ਐਸਾ ਯਾਰ? ਜੋ ਕੁਛ ਮੈਂ ਕਰਿਆ ਉਹੀ ਕਰ ਰਿਹਾ ਨਾ ਤੁਸੀਂ, ਤੁਹਾਡੇ ਸਾਹਮਣੇ ਕਰਕੇ ਦਿਖਾਇਆ ਨਾ। ਕੁਛ ਇਹ ਤਾਂ ਹੈ ਨਹੀਂ ਕੋਈ ਨਵੀਂ ਚੀਜ਼ ਹੈ ਵੀ ਮੈਂ ਕਹਾਂ ਪਹਾੜ ਤੇ ਜਾ ਕੇ ਖੜਾ ਹੋ, ਤੁਸੀਂ ਕਹਿੰਦੇ ਮੇਰੀ ਤਾਂ ਲੱਤ ਮਿੱਟੀ ਹੈ, ਮੈਂ ਤਾਂ ਪਹਾੜ ਤੇ ਚੜ੍ਹ ਨਹੀਂ ਸਕਦਾ। ਐਸਾ ਤਾਂ ਕੁਛ ਨਹੀਂ ਤੁਹਾਡੇ ਮੇਰੇ 'ਚ ਫਰਕ। ਤੁਸੀਂ ਮੇਰੇ ਤੋਂ ਜ਼ਿਆਦਾ ਸਿਆਣੇ ਹੋ, ਜ਼ਿਆਦਾ ਸਮਾਰਟ ਹੋ, ਜ਼ਿਆਦਾ ਪੜ੍ਹੇ ਲਿਖੇ ਹੋ। ਸ਼ਾਇਦ ਇੱਥੇ ਹੀ ਫਰਕ ਰਹਿ ਗਿਆ। ਤੇ ਦੋਸਤੋ 21 ਜੂਨ 2021 ਦੇ ਵਿੱਚ ਇੱਕ ਬੰਗਲਾ ਖਰੀਦਿਆ ਜਿਹੜਾ ਕਿ ਇਸ ਬੰਦੇ ਨੇ 1.5 ਕਰੋੜ ਰੁਪਇਆ ਮੰਗਿਆ ਤੇ 1.5 ਕਰੋੜ ਰੁਪਇਆ ਹੀ ਮੈਂ ਦਿੱਤਾ। ਇਸ ਬੰਗਲੇ ਦੀ ਮੈਂ ਤੁਹਾਨੂੰ ਥੋੜੀ ਅੰਦਰੋਂ ਪੀਸ ਦਿਖਾਣੀ। ਇਹ ਕਿਚਨ ਹੈ, ਯਾਨੀ ਕਿ ਕਿਚਨ ਵਿੱਚ ਵੀ ਏਸੀ ਲੱਗਾ ਹੋਇਆ ਹੈ। ਯਾਨੀ ਕਿ ਮੈਂ ਕਹਿੰਦਾ ਵੀ ਪਰਮਾਤਮਾ ਨੇ ਇਹੋ ਜਿਹਾ ਸਿਸਟਮ ਦਿੱਤਾ ਜਿਸ ਕੋਠੀ ਦੇ ਵਿੱਚ 8 ਰੂਮ ਹੈ, 8 ਰੂਮਾਂ ਵਿੱਚ ਏਸੀ। ਮੈਂ ਵਾਕਈ ਪਤੰਗ ਉਡਾ ਰਿਹਾ ਸੀ ਤੇ ਮੈਂ ਉੱਥੇ ਲਾਈਵ ਹੋਣ ਲੱਗਾ ਸੀ ਤੇ ਮੇਰਾ ਬੇਟਾ ਹੱਸਣ ਲੱਗ ਗਿਆ, ਕਹਿੰਦਾ ਪਾਪਾ ਛੱਤ ਦੇ ਉੱਪਰ ਸਾਡੇ ਉਹ ਛੱਤ ਦੇ ਨਾ ਏਸੀਆਂ ਦੇ ਜਿਹੜੇ ਹੁੰਦੇ ਡੱਬੇ, ਉਹ ਸਾਰੀ ਛੱਤ ਭਰੀ ਪਈ ਹੈ। ਤੇ ਮੈਂ ਕਿਹਾ ਉਹ ਪ੍ਰਥਮ ਕਹਿਣ ਲੱਗੇ ਪਤੰਗ ਮੈਂ ਤਾਂ ਨਹੀਂ ਉਡਾ ਰਿਹਾ ਸੀ, ਮੈਂ ਪਤੰਗ ਦੇਖ ਰਿਹਾ ਸੀ। ਸਾਨੂੰ ਉੱਥੇ ਬਹੁਤ ਹੁੰਦੀ, ਮੈਂ ਤਾਂ ਉਡਾਉਣੀ ਵੀ ਨਹੀਂ ਆਉਂਦੀ। ਤੇ ਕਹਿੰਦਾ ਪਾਪਾ ਜਦੋਂ ਤੁਸੀਂ ਫੇਸਬੁੱਕ ਤੇ ਲਾਈਵ ਲੋਕਾਂ ਨੇ ਕਹਿਣਾ ਥੋੜੀ ਛੱਤ ਤੇ ਏਸੀ ਉੱਗਦੇ ਆ, ਉਹ ਸਾਰੀ ਛੱਤ ਏਸੀ ਨਾਲ ਹੀ ਭਰੀ ਪਈ ਆ। ਉਹ ਖੜਨ ਨੂੰ ਥਾਂ ਹੀ ਨਹੀਂ, ਇੱਥੇ ਉਹ ਡੱਬਿਆਂ ਨਾਲ ਹੀ ਭਰੀ ਪਈ ਹੈ। ਮਤਲਬ ਕਿ ਉਹ ਇੰਨੀ ਏਸੀ ਆ ਉਸ ਜਗ੍ਹਾ। ਤੇ ਸਤਿਗੁਰੂ ਦੀ ਕਿਰਪਾ ਹੈ, ਬੜਾ ਸ਼ੁਕਰ ਹੈ ਉਸ ਦਾਤੇ ਦਾ। ਕਿਚਨ ਹੈ ਇਹ, ਇੱਕ ਵਾਰੀ ਕਹਿ ਦਿਓ ਜੈ ਮਾਤਾ। ਜੈ ਮਾਤਾ। ਸਾਰਾ ਆਸ਼ੀਰਵਾਦ ਇਸੇ ਦਾ ਹੀ ਹੈ। ਇਹਨੇ ਸਾਬਤ ਕਰਤਾ ਵੀ ਦੋਸਤ ਤੈਨੂੰ ਪੈਸਾ ਕਮਾਉਣ ਵਾਸਤੇ ਪੜ੍ਹਾਈ ਦੀ ਲੋੜ ਨਹੀਂ, ਤੈਨੂੰ ਜਿਵੇਂ ਭੇਜਿਆ ਸક્ષਮ ਭੇਜਿਆ। ਜੇ ਨਹੀਂ ਪੜ੍ਹਾਇਆ ਤਾਂ ਵੀ ਸક્ષਮ ਭੇਜਿਆ, ਕਿਉਂਕਿ ਜ਼ਿਆਦਾ ਦਿਮਾਗ ਨਾ ਲੜਾਏਗਾ ਫਿਰ ਹੀ ਪੈਸਾ ਕਮਾਏਗਾ। ਠੀਕ ਹੈ। ਸੋ ਇਹ ਇਸ ਦੀ ਕਿਰਪਾ ਹੈ, ਇਸ ਦੀ ਬਦੌਲਤ ਹੈ। ਇਹ ਸਾਡੀ ਹੌਬੀ ਹੈ, ਇਹ ਮੇਰਾ ਰੂਮ ਹੈ, ਇਹ ਬੱਚਿਆਂ ਦਾ ਰੂਮ ਹੈ। ਇਹ ਸਭ ਕੁਛ ਮਤਲਬ ਕਿ ਵੈਲ ਫਿਨਿਸ਼ਡ। ਮੇਰੀ ਜ਼ਿੰਦਗੀ ਮੇਰੀ ਸੋਚ ਤੋਂ ਪਰੇ ਹੈ ਵੀ ਇਹੋ ਜਿਹਾ ਕਦੇ ਘਰ ਸਾਨੂੰ ਮਿਲੂਗਾ। ਸੋ थैंक यू। में शेर ही लिखा है बहुत अच्छा, डर मुझे भी लगा था फासला देखकर। बहुत सारे लोग है सोच रहे होंगे, बहुत सारे लोग सोच रहे होंगे भी इन्हें दी गल्लां बहुत वधिया है, बहुत अच्छी गल्लां हैं, लेकिन यार सुनने च अच्छी लगती हैं। ये मैनू भी लगा, डर मुझे भी लगा था फासला देखकर शायद बहुत लंबा रास्ता है, पर नहीं, दिमाग ज्यादा बढ़ाने की लोड़ नहीं है दोस्तों। मैं बढ़ता गया सिर्फ रास्ता देखकर। मैं सिर्फ जो मेरे सामने आया, जो मेरी अपलाइन ने समझाया, सिर्फ मैं वो करना शुरू करता। मैं बहुत ज्यादा दिमाग नहीं लगाया, सिर्फ मैंने समझ आ गया करना कुछ नहीं है। किसी का गला नहीं कटना, किसी की ठगी नहीं मारनी, किसी का दिल नहीं दुखाना, सिर्फ ओदे घरे आयुर्वेद पिछोड़े, इस तो इलावा और कुछ भी नहीं करना। राइट, यही कुछ तुम सिखाया गया, और कुछ भी कराया। सिर्फ मैं बढ़ता गया रास्ता देखकर, मंजिल खुद ब खुद मेरे पास आती गई, मेरा हौसला देखकर। सिर्फ इन्हीं की गल है। तो दोस्तों लास्ट ਦੇ ਵਿੱਚ ਤੁਹਾਨੂੰ ਮੈਂ ਫਿਰ ਉਸੇ ਗੱਲ ਤੇ ਰਹਿ ਕੇ ਆਉਂਗਾ ਵੀ ਇਹਦੇ ਵਿੱਚ ਕਰਨਾ ਕੀ ਹੈ। ਹੁਣ ਦੱਸ ਸਕਦਾ ਕੀ ਕਰਨਾ ਹੈ? ਮੈਂ ਕੀ ਕਿਹਾ ਸੀ 1 ਲੱਖ ਰੁਪਏ ਮਹੀਨਾ ਕਮਾਉਣ ਵਾਸਤੇ ਕਰਨਾ ਕੀ ਪਊਗਾ? ਕੀ ਕਰਨਾ ਪਊਗਾ ਸਰ? 5 ਬੰਦਿਆਂ ਨੂੰ ਸਿਰਫ 5 ਦੋਸਤਾਂ ਨੂੰ ਕੀ ਕਰਨਾ ਆਪਾਂ? 7 ਤੋਂ 8 ਹਜ਼ਾਰ ਰੁਪਏ ਦਾ ਸਮਾਨ ਦੇਣਾ ਜਿਹੜਾ ਉਹਦੇ ਘਰੇ ਉਹਦੀ ਨੀਡ ਹੈ। ਹੋਰ ਕੁਝ ਕਰਨਾ ਹੈ? ਜੇ ਤੁਹਾਡੇ ਕੋਲ 5 ਦੋਸਤ ਐਸੇ ਹੋ ਸਕਦੇ ਹੈ ਵੀ ਜਿਹੜੇ ਤੁਹਾਡੀ ਜ਼ਿੰਦਗੀ ਨੂੰ ਗੱਲ ਨੂੰ ਮੰਨ ਲੈਣ ਤੇ ਆਪਣੀ ਜ਼ਿੰਦਗੀ ਨੂੰ ਬਦਲਣ ਵਾਸਤੇ ਤਿਆਰ ਹੋ ਜਾਣ ਤੇ ਘਰ ਦੇ 7 ਤੋਂ 8 ਹਜ਼ਾਰ ਰੁਪਏ ਦਾ ਸਮਾਨ ਲੈ ਲੈਣ, ਕਿ ਉਹਨਾਂ ਕੋਲ ਵੀ 5 ਦੋਸਤ ਹੋ ਸਕਦੇ ਆ।
ਸਿਰਫ 3 ਸਟੈਪ ਤੱਕ ਚਲੇ ਜਾਓ 62000 ਰੁਪਏ ਤੁਹਾਡੇ ਘਰੇ ਆਊਗਾ। ਤੇ ਜੋ ਉਹ 125 ਬੰਦਿਆਂ ਚੋਂ 5 ਬੰਦੇ ਵੀ ਤੁਰ ਪਏ ਤੇ 5ਵੇਂ ਮਹੀਨੇ 1 ਲੱਖ ਰੁਪਏ ਮਹੀਨੇ ਦੀ ਗਾਰੰਟੀ ਸਰ ਮੇਰੀ ਹੈ। ਇਸ ਤੋਂ ਸਸਤਾ, ਇਸ ਤੋਂ ਵਧੀਆ, ਇਸ ਤੋਂ ਈਜ਼ੀ ਕਨਸੈਪਟ ਪਰਮਾਤਮਾ ਨੇ ਨਹੀਂ ਬਣਾਇਆ। ਮੈਂ ਸਮਝਦਾ ਇੱਕ ਪਰਮਾਤਮਾ ਦਾ ਬਣਾਇਆ ਹੋਇਆ ਕਨਸੈਪਟ ਹੈ ਵੀ 1 ਲੱਖ ਰੁਪਏ ਮਹੀਨਾ 5 ਮਹੀਨਿਆਂ 'ਚ ਸਿਰਫ ਇਹਨਾਂ ਚੀਜ਼ਾਂ ਨਾਲ ਆ ਸਕਦਾ ਹੈ। ਮੈਨੂੰ ਨਹੀਂ ਲੱਗਦਾ ਇਸ ਤੋਂ ਉੱਤੇ ਮੈਨੂੰ ਕੁਝ ਹੋਰ ਸਮਝਾਉਣ ਦੀ ਲੋੜ ਹੈ। ਠੀਕ ਹੈ, ਓਕੇ ਸਰ, ਗੁੱਡ ਨਾਈਟ।